So students, today we'll talk about DNA fingerprinting, right? DNA fingerprinting, which is also called as DNA typing or profiling, is a technique. ਇਹ ਇੱਕ ਟੈਕਨੀਕ ਹੈ ਕੀ ਡਿਟਰਮਾਈਨ ਕਰਨ ਦੀ ਨਿਊਕਲੀਓਟਾਈਡ ਸੀਕੁਐਂਸ ਆਫ ਸਰਟਨ ਏਰੀਆਜ਼ ਆਫ ਡੀਐਨਏ। ਪਹਿਲਾਂ ਸਾਨੂੰ ਇਹ ਗੱਲ ਅੰਡਰਸਟੈਂਡ ਕਰਨੀ ਹੋਏਗੀ ਕਿ ਉਹ ਕਿਹੜੇ ਸਰਟਨ ਏਰੀਆਜ਼ ਆਫ ਡੀਐਨਏ ਦੀ ਗੱਲ ਕਰ ਰਿਹਾ ਜਿਹਨੂੰ ਅਸੀਂ ਫਾਈਂਡ ਆਊਟ ਕਰਨਾ ਹੈ। ਠੀਕ ਹੈ, ਲਿਸਨ ਕੇਅਰਫੁਲੀ ਬੇਟਾ। ਅਸੀਂ ਆਲਰੇਡੀ ਇਸ ਚੈਪਟਰ ਨੂੰ ਪੜ੍ਹਦੇ ਆਲਰੇਡੀ ਇੱਕ ਚੀਜ਼ ਤਾਂ ਅੰਡਰਸਟੈਂਡ ਕਰ ਲਈ ਹੈ ਕਿ ਜਿਹੜਾ ਸਾਡਾ ਡੀਐਨਏ ਹੁੰਦਾ ਉਹਦੇ ਵਿੱਚ ਕੋਡਿੰਗ ਪਾਰਟ ਵੀ ਹੁੰਦਾ ਹੈ ਜਾਂ ਕੋਡਿੰਗ ਸੀਕੁਐਂਸਿਸ ਵੀ ਹੁੰਦੇ ਆ ਅਤੇ ਨੋਨ ਕੋਡਿੰਗ ਵੀ ਹੁੰਦੇ, ਅਸੀਂ ਆਲਰੇਡੀ ਪੜ੍ਹ ਚੁੱਕੇ ਹਾਂ। ਠੀਕ ਹੈ ਜੀ। ਔਰ ਅਸੀਂ ਇਹ ਵੀ ਪੜ੍ਹ ਚੁੱਕੇ ਹਾਂ ਕਿ ਜਿਹੜਾ ਕੋਡਿੰਗ ਪਾਰਟ ਹੈ ਓਨਲੀ 2% ਔਰ ਲੈਸ ਹੈ। ਜਿਹੜਾ ਨੋਨ ਕੋਡਿੰਗ ਪਾਰਟ ਹੈ ਉਹ ਕਿੰਨਾ 98%। ਠੀਕ ਹੈ ਜੀ। ਹੁਣ ਕੋਡਿੰਗ ਪਾਰਟ ਦੀ ਤਾਂ ਮੈਂ ਇੱਥੇ ਗੱਲ ਹੀ ਨਹੀਂ ਕਰਨੀ, ਇਹਨੂੰ ਸੈਪਰੇਟ ਕਰ ਦਿਓ। ਮੈਂ ਹੁਣ ਗੱਲ ਕਿਹਦੀ ਕਰਨੀ ਹੈ, ਨੋਨ ਕੋਡਿੰਗ ਪਾਰਟ ਦੀ, ਜਿਹਨੂੰ ਕਿ ਮੈਂ ਪਹਿਲਾਂ ਵੇਸਟਫੁਲ ਕਹਿੰਦੀ ਸੀ। ਵਾਈ? ਕਿਉਂਕਿ ਮੈਨੂੰ ਪਤਾ ਹੈ ਕੋਡਿੰਗ ਪਾਰਟ ਨੇ ਆਪਣੇ ਆਪ ਨੂੰ ਐਕਸਪ੍ਰੈਸ ਕਰਾ ਕੇ ਅੱਗੇ ਪ੍ਰੋਟੀਨਸ ਬਣਾਉਣੇ ਆ। ਠੀਕ ਹੈ, ਬਟ ਨੋਨ ਕੋਡਿੰਗ ਪਾਰਟ ਨੇ ਆਪਣੇ ਆਪ ਨੂੰ ਐਕਸਪ੍ਰੈਸ ਹੀ ਨਹੀਂ ਕਰਾਉਣਾ, ਤਾਂ ਫਿਰ ਨੋਨ ਕੋਡਿੰਗ ਪਾਰਟ ਦਾ ਕੀ ਕੰਮ ਹੋਇਆ? ਵਾਈ ਇਟ ਇਜ਼ ਯੂਸਫੁਲ? ਜਦੋਂ ਅਸੀਂ ਇਸ ਟੌਪਿਕ ਤੋਂ ਡੀਐਨਏ ਫਿੰਗਰਪ੍ਰਿੰਟਿੰਗ ਤੋਂ ਪਹਿਲਾਂ ਹਿਊਮਨ ਜੀਨੋਮ ਪ੍ਰੋਜੈਕਟ ਕੀਤਾ ਸੀ ਤਾਂ ਉਹਦੀ ਵੀ ਜਿਹੜੀ ਮੈਥਡੋਲੋਜੀ ਸੀ ਉਹਦੇ ਵਿੱਚ ਵੀ ਅਸੀਂ ਦੋ ਅਪਰੋਚਿਸ ਪੜ੍ਹੀਆਂ ਸੀ ਕਿ ਇੱਕ ਜਿਹਦੇ ਵਿੱਚ ਸਿਰਫ ਅਤੇ ਸਿਰਫ ਕੋਡਿੰਗ ਸੀਕੁਐਂਸ, ਕੋਡਿੰਗ ਰੀਜਨ ਨੂੰ ਉਹਨਾਂ ਨੇ ਸੀਕੁਐਂਸ ਕੀਤਾ ਸੀ, ਸੀਕੁਐਂਸਿੰਗ ਕੀਤੀ ਸੀ, ਅਤੇ ਇੱਕ ਜਿਹ 'ਚ ਟੋਟਲ ਡੀਐਨਏ ਦੀ ਸੀਕੁਐਂਸਿੰਗ ਕੀਤੀ ਸੀ। ਔਰ ਉਹੀ ਅਪਰੋਚ ਫਾਈਨਲ ਹੋਈ ਸੀ ਕਿ ਟੋਟਲ ਡੀਐਨਏ ਦੇ ਸੀਕੁਐਂਸ ਨੂੰ ਫਾਈਂਡ ਆਊਟ ਕਰਨਾ, ਬਿਕੋਜ਼ ਨੋਨ ਕੋਡਿੰਗ ਸੀਕੁਐਂਸ ਹੁਣ ਇੱਕ ਇੰਪੋਰਟੈਂਟ ਰੋਲ ਪਲੇ ਕਰੇਗਾ। ਠੀਕ ਹੈ, ਟੂ ਫਾਈਂਡ ਆਊਟ ਯੂਨੀਕ ਆਈਡੈਂਟੀਟੀ ਜਾਂ ਇੱਕ ਇੰਡੀਵਿਜੂਅਲ ਕਿਵੇਂ ਯੂਨੀਕ ਹੈ। ਅਸੀਂ ਕਿਵੇਂ ਪਤਾ ਲਗਾਉਂਦੇ ਹਾਂ ਕਿ ਕੋਈ ਇੰਡੀਵਿਜੂਅਲ ਯੂਨੀਕ ਹੈ? ਮੇਰੇ ਸਪੋਜ਼ ਇਫ ਮੈਂ ਆਪਣੀ ਇੱਕ ਪਰਸਨ ਲੈ ਕੇ ਚੱਲਾਂ ਏ ਔਰ ਇੱਕ ਪਰਸਨ ਬੀ ਹੈ, ਮੇਰੇ ਅਤੇ ਉਹਦੇ ਡੀਐਨਏ ਦੇ ਵਿੱਚ ਕਿੱਥੇ ਫਰਕ ਹੈ ਉਹ ਅਸੀਂ ਪਤਾ ਲਗਾਵਾਂਗੇ ਡੀਐਨਏ ਫਿੰਗਰਪ੍ਰਿੰਟਿੰਗ ਨਾਲ। ਠੀਕ ਹੈ, ਸੋ ਜਿਹੜਾ ਨੋਨ ਕੋਡਿੰਗ ਪਾਰਟ ਹੈ, ਹੁਣ ਮੈਂ ਸਿਰਫ ਕਾਹਦਾ ਜ਼ਿਕਰ ਕਰਨ ਜਾ ਰਹੀ ਹਾਂ, ਨੋਨ ਕੋਡਿੰਗ ਪਾਰਟ ਦਾ। ਹੁਣ ਉਸ ਤੋਂ ਵੀ ਇੰਟਰਸਟਿੰਗ ਗੱਲ ਇਹ ਹੈ ਕਿ ਜਿਹੜਾ ਨੋਨ ਕੋਡਿੰਗ ਪਾਰਟ ਹੈ ਉਹਦਾ 99.9% ਜਾਂ ਤੁਸੀਂ ਟੋਟਲ ਦਾ ਹੀ ਕਹਿ ਲਓ, ਤੁਸੀਂ ਟੋਟਲ ਡੀਐਨਏ ਦਾ ਹੀ ਕਹਿ ਲਓ, 99.9% ਜਿਹੜੇ ਸਾਡਾ ਬੇਸ ਪੇਅਰਸ ਨੇ ਉਹ ਹਰ ਇੰਡੀਵਿਜੂਅਲ ਦੇ ਸੇਮ ਨੇ। ਠੀਕ ਹੈ, ਟੋਟਲ ਡੀਐਨਏ ਕਹਿ ਲਓ, ਜੇ ਨੋਨ ਕੋਡਿੰਗ ਨਹੀਂ ਤਾਂ ਜਿੰਨਾ ਸਾਡਾ ਟੋਟਲ ਡੀਐਨਏ ਹੈ ਹਿਊਮਨ ਦਾ ਜਿਹੜਾ ਜੀਨੋਮ ਹੈ, ਅਸੀਂ ਹੁਣੇ ਪੜ੍ਹ ਕੇ ਆਏ ਸੀ ਕਿ ਉਹਦੇ 'ਚ 3 × 10⁹ ਬੇਸ ਪੇਅਰਸ ਹੁੰਦੇ ਨੇ। ਸੋ 99.9% ਆਫ these base pair are similar in all human beings। ਠੀਕ ਹੈ, ਸਾਡੇ ਜੀਨੋਮ ਦੇ ਇੰਨੇ ਜਿਹੜੇ ਬੇਸ ਪੇਅਰ ਨੇ ATCG whatever 99.9% are the same। difference lies in 0.1%, only 0.1%। ਸੋ ਹੁਣ ਇਹੀ ਜਿਹੜੀ ਚੀਜ਼ ਹੈ 0.1% ਜਿਹੜਾ ਸਾਡਾ ਡੀਐਨਏ ਦਾ ਜਿਹੜਾ ਸੀਕੁਐਂਸ ਹੈ ਜਾਂ ਬੇਸ ਪੇਅਰ ਨੇ 0.1%, ਇਹੀ ਸਾਨੂੰ ਯੂਨੀਕ ਬਣਾਏਗਾ। ਇਹੀ ਡਿਫਰੈਂਸ ਹੈ ਇੱਕ ਇੰਡੀਵਿਜੂਅਲ ਅਤੇ ਦੂਜੇ ਡਿਫਰੈਂਸ, ਜਿਹਨੂੰ ਫਾਈਂਡ ਆਊਟ ਕਰਕੇ ਅਸੀਂ ਡੀਐਨਏ ਫਿੰਗਰਪ੍ਰਿੰਟਿੰਗ ਜਿਹੜਾ ਉਹ ਕੀਤੀ ਜਾਂਦੀ ਹੈ ਜਾਂ ਇੰਡੀਵਿਜੂਅਲ ਦੇ ਡੀਐਨਏ ਫਿੰਗਰਪ੍ਰਿੰਟਸ ਬਣਾਏ ਜਾਂਦੇ ਆ। ਜਸਟ ਡਿਫਰੈਂਸ ਲਾਈਜ਼ ਇਨ ਦਿਸ 0.1%। ਠੀਕ ਹੈ ਜੀ। ਉਸ ਤੋਂ ਬਾਅਦ ਜਿਹੜੀ ਇਹ ਟੈਕਨੀਕ ਸੀ, ਇਟ ਵਾਜ਼ ਫਸਟ ਡਿਵੈਲਪ ਬਾਏ ਸਰ ਐਲੈਕ ਜੈਫਰੇ। ठीक है, important, in 1984, right, in UK ਸਰ ਐਲੈਕ ਜੈਫਰੀਜ਼ ਨੇ 1984 UK ਦੇ ਵਿੱਚ ਇਸ ਟੈਕਨੀਕ ਨੂੰ ਡਿਵੈਲਪ ਕੀਤਾ। ਤਾਂ ਇੰਡੀਆ ਦੇ ਵਿੱਚ ਇਹ ਟੈਕਨੀਕ ਡਾਕਟਰ VK ਕਸ਼ਯਪ ਐਂਡ ਡਾਕਟਰ ਲਾਲਜੀ ਸਿੰਘ ਨੇ ਸਟਾਰਟ ਕੀਤੀ। ਠੀਕ ਹੈ ਜੀ। ਸੋ ਇੰਡੀਆ ਦੇ ਵਿੱਚ ਡਾਕਟਰ VK ਕਸ਼ਯਪ ਐਂਡ ਲਾਲਜੀ ਸਿੰਘ ਨੇ ਸਟਾਰਟ ਕੀਤੀ, ਵੇਅਰ ਐਜ਼ ਇਹ ਟੈਕਨੀਕ ਨੂੰ ਸਭ ਤੋਂ ਪਹਿਲਾਂ UK ਦੇ ਵਿੱਚ ਸਰ ਐਲੈਕ ਜੈਫਰੀ ਨੇ ਸਟਾਰਟ ਕੀਤਾ। ਠੀਕ ਹੈ ਜੀ। ਹੁਣ ਫਿਰ ਤੋਂ ਇੱਕ ਵਾਰੀ ਡੈਫੀਨੇਸ਼ਨ ਦੇਖਦੇ ਹਾਂ, ਮੇ ਬੀ ਹੁਣ ਥਿੰਗਸ ਵਿਲ ਬੀ ਮੋਰ ਕਲੀਅਰਰ। ਡੀਐਨਏ ਫਿੰਗਰਪ੍ਰਿੰਟਿੰਗ ਇਜ਼ ਅ ਟੈਕਨੀਕ, ਇਹ ਇੱਕ ਟੈਕਨੀਕ ਹੈ। ਕੀ ਡਿਟਰਮਾਈਨ ਕਰਨਾ ਤੁਸੀਂ, ਕੀ ਫਾਈਂਡ ਆਊਟ ਕਰਨਾ? ਨਿਊਕਲੀਓਟਾਈਡ ਸੀਕੁਐਂਸ, ਉਹੀ ਬੇਸ ਪੇਅਰ ATCG ਹੈ ਨਾ, ਆਫ ਸਰਟਨ ਏਰੀਆ ਆਫ ਡੀਐਨਏ। ਸਾਰੇ ਡੀਐਨਏ ਦੇ ਨਹੀਂ, ਮੈਨੂੰ ਸਰਟਨ ਏਰੀਆ ਆਫ ਡੀਐਨਏ ਦੇ ਕਿਉਂ ਚਾਹੀਦੇ ਹੈ? ਕਿਉਂਕਿ ਉਹੀ ਹੈ ਏਰੀਆ ਜਿਹਦੇ ਵਿੱਚ ਜਿਹੜਾ ਇੱਕ ਇੰਡੀਵਿਜੂਅਲ ਤੋਂ ਦੂਜੇ ਇੰਡੀਵਿਜੂਅਲ 'ਚ ਵੇਰੀ ਕਰਦਾ ਹੈ। 99.9% of the base pair are similar in all human,
डिफरेंस लाइज ओनली इन 0.1% ऑफ द बेस सीक्वेंस एंड अगर वो फाइंड आउट हो गए तो ਅਸੀਂ ਇੱਕ ਇੰਡੀਵਿਜੂਅਲ ਦਾ ਦੂਜੇ ਇੰਡੀਵਿਜੂਅਲ ਤੋਂ ਇੱਕ ਡਿਫਰੈਂਸ ਪਤਾ ਲਗਾ ਸਕਦੇ ਹਾਂ ਕਿ ਇਹ ਕਿਹਦਾ ਡੀਐਨਏ ਹੈ। ਠੀਕ ਹੈ ਜੀ। ਸੋ ਕਮਿੰਗ ਟੂ ਦ ਪ੍ਰਿੰਸੀਪਲ, ਵੈਰੀ ਇੰਪੋਰਟੈਂਟ ਪ੍ਰਿੰਸੀਪਲ ਕਿ what is the principle behind DNA fingerprinting। ਠੀਕ ਹੈ ਜੀ। ਦੇਖੋ DNA fingerprinting ਦੇ ਵਿੱਚ ਅਸੀਂ ਕੀ ਫਾਈਂਡ ਆਊਟ ਕਰਦੇ ਹਾਂ, ਅਸੀਂ ਫਾਈਂਡ ਆਊਟ ਕਰਦੇ ਹਾਂ DNA ਦੇ ਕੁਝ ਸਪੈਸੀਫਿਕ ਸੀਕੁਐਂਸਿਸ ਜਿਹੜੇ ਆਪਣੇ ਆਪ ਨੂੰ ਕੀ ਕਰਦੇ ਨੇ, ਰਿਪੀਟ। ਪਹਿਲਾਂ ਅਸੀਂ ਡਿਸਕਸ ਕਰ ਲਈਏ ਵਾਟ ਆਰ ਰੈਪੀਟੇਟਿਵ ਸੀਕੁਐਂਸਿਸ, ਦੈਨ ਲੇਟਰ ਔਨ ਅਸੀਂ ਪ੍ਰਿੰਸੀਪਲ ਨੂੰ ਹੋਰ ਡਿਟੇਲ ਦੇ ਵਿੱਚ ਪੜਾਂਗੇ। ਠੀਕ ਹੈ ਜੀ। ਸੋ ਵੀ ਹੈਵ ਰੈਪੀਟੇਟਿਵ DNA, we have satellite DNA and the different type of satellite DNAs। C, repetitive DNA ਦਾ ਉਹ ਪਾਰਟ ਹੈ ਜਿਹਦੇ ਵਿੱਚ ਇੱਕ ਸੀਕੁਐਂਸ ਹੈ, ਸੇਮ ਸੀਕੁਐਂਸ ਆਫ ਨਾਈਟ੍ਰੋਜਨ ਬੇਸ ਹੈ ਜਿਹੜਾ ਰਿਪੀਟਡ ਆਪਣੇ ਆਪ ਨੂੰ ਰਿਪੀਟ ਕਰ ਰਿਹਾ ਹੈ। ਸਪੋਜ਼ ਇਫ ਆਈ ਟਾਕ ਅਬਾਊਟ ਯੂਕੈਰੀਓਟਸ, ਇੱਕ ਸੀਕੁਐਂਸ ਹੈ, ਸਪੋਜ਼ ATCGCTA, ਇੱਕ ਸੀਕੁਐਂਸ ਹੈ DNA ਦੇ ਵਿੱਚ ਜਿਹੜਾ ਆਪਣੇ ਆਪ ਨੂੰ ਕੀ ਕਰੀ ਜਾ ਰਿਹਾ, ਰਿਪੀਟ ਕਰੀ ਜਾ ਰਿਹਾ ਮੋਰ ਦੈਨ ਵਨਸ। ਉਹ ਸਾਡੇ ਜਿਹੜਾ DNA ਹੈ, ਜੀਨੋਮ ਹੈ, ਉਹਦੇ ਵਿੱਚ ਮੋਰ ਦੈਨ ਵਨਸ ਆਪਣੇ ਆਪ ਨੂੰ ਕੀ ਕਰ ਰਿਹਾ, ਰਿਪੀਟ। ਦਿਸ ਇਜ਼ ਕਾਲਡ ਐਜ਼, ਨੇਮ ਇਟ ਸੈਲਫ ਸੁਜੈਸਟ, ਰੈਪੀਟੇਟਿਵ DNA, ਰਾਈਟ। ਸੋ ਇਹਦੇ ਅੰਡਰ ਇੱਕ ਸਪੈਸ਼ਲ ਅਸੀਂ ਰੈਪੀਟੇਟਿਵ DNA ਦੀ ਇੱਕ ਟਾਈਪ ਪੜਾਂਗੇ, ਸੈਟੇਲਾਈਟ DNA। ਉਹ ਵੀ ਇੱਕ ਤਰ੍ਹਾਂ ਦਾ ਹਾਈਲੀ ਰੈਪੀਟੇਟਿਵ DNA, ਮੀਨ ਸੈਟੇਲਾਈਟ DNA ਜਿਹਨੂੰ ਮੈਂ ਨਾਮ ਦਿੱਤਾ ਹੈ, ਉਹਦੇ ਵਿੱਚ ਹੀ ਰਿਪੀਟਡ ਸੀਕੁਐਂਸਿਸ ਨੇ ਜਿਹੜੇ ਕਿ ਜਦੋਂ ਮੈਂ ਸੈਂਟਰੀਫਿਊਗੇਸ਼ਨ ਕਰਦੀ ਹਾਂ, ਤੁਹਾਨੂੰ ਪਤਾ ਹੀ ਹੈ ਜਦੋਂ ਅਸੀਂ ਰੋਟੇਟ ਕਰਦੇ ਹਾਂ ਕਿਸੇ ਚੀਜ਼ ਨੂੰ ਬਹੁਤ ਹਾਈ ਸਪੀਡ 'ਤੇ ਤਾਂ ਉਹਦੇ ਸੈਪਰੇਟ ਬੈਂਡ ਬਣਦੇ ਨੇ। ਜਦੋਂ ਅਸੀਂ ਇਹਨੂੰ DNA ਨੂੰ ਆਪਣੇ ਸੈਂਟਰੀਫਿਊਗੇਸ਼ਨ 'ਚ ਸੀਜ਼ੀਅਮ ਕਲੋਰਾਈਡ ਸੈਂਟਰੀਫਿਊਗੇਸ਼ਨ ਦੇ ਵਿੱਚ ਰੋਟੇਟ ਕਰਾਉਂਦੇ ਹਾਂ, ਨੂੰ ਸੀਜ਼ੀਅਮ ਕਲੋਰਾਈਡ ਡੈਂਸਿਟੀ ਗ੍ਰੇਡੀਅੰਟ ਵੀ ਕਹਿੰਦੇ ਆ। ਜਦੋਂ ਅਸੀਂ ਉਹ 'ਚ ਰੋਟੇਟ ਕਰਾਉਂਦੇ ਤਾਂ ਸੈਟੇਲਾਈਟ DNA ਇੱਕ ਸੈਪਰੇਟ ਬੈਂਡ ਬਣਾ ਲੈਂਦਾ, ਸੈਪਰੇਟ ਹੋ ਜਾਂਦਾ। ਠੀਕ ਹੈ। ਮੇਨਲੀ ਤੁਹਾਨੂੰ ਅਗਰ ਤੁਸੀਂ ਗੱਲ ਕਰੋ ਕਿ ਤੁਹਾਨੂੰ ਹਿਊਮਨ ਜੀਨੋਮ ਦੇ ਵਿੱਚ ਜਿਹੜਾ ਸੈਟੇਲਾਈਟ DNA ਉਹ ਕਿੱਥੇ ਮਿਲਦਾ, ਸੈਂਟਰੋਮੀਅਰਸ ਅਸੀਂ ਪੜ੍ਹੇ ਹੋਏ ਨੇ ਜਿੱਥੇ ਕ੍ਰੋਮੈਟਿਡ ਜੁੜਦੇ ਨੇ, ਐਂਡ ਹੈਟਰੋਕ੍ਰੋਮੈਟਿਨ। ਇਫ ਯੂ ਰਿਮੈਂਬਰ ਆਪਾਂ ਯੂਕ੍ਰੋਮੈਟਿਨ ਅਤੇ ਹੈਟਰੋਕ੍ਰੋਮੈਟਿਨ ਪੜ੍ਹ ਚੁੱਕੇ ਹਾਂ। ਹੈਟਰੋਕ੍ਰੋਮੈਟਿਨ ਉਹ ਹੈ ਜਿਹਦੀ ਫਰਦਰ ਟਰਾਂਸਲੇਸ਼ਨ ਔਰ ਟਰਾਂਸਕ੍ਰਿਪਸ਼ਨ ਨਹੀਂ ਹੁੰਦੀ, ਨੋਨ ਐਕਸਪ੍ਰੈਸਿਵ ਹੁੰਦੇ। ਓਬਵੀਅਸਲੀ ਸੈਟੇਲਾਈਟ DNA ਉਹੀ ਹੋਏਗਾ ਕਿਉਂਕਿ ਇਹ ਵੀ ਨੋਨ ਕੋਡਿੰਗ ਪਾਰਟ ਹੁੰਦਾ ਹੈ। ਠੀਕ ਹੈ ਜੀ। ਸੋ ਸੈਟੇਲਾਈਟ DNA ਦੇ ਦੋ ਟਾਈਪਸ ਹੁੰਦੀਆਂ, ਮਾਈਕਰੋ ਸੈਟੇਲਾਈਟ ਅਤੇ ਮਿਨੀ ਸੈਟੇਲਾਈਟ। ਮਾਈਕਰੋ ਵੀ ਛੋਟਾ, ਮਿਨੀ ਵੀ ਛੋਟਾ, ਬਟ ਮਾਈਕਰੋ 'ਚ ਸਿਰਫ 1 to 6 ਬੇਸ ਪੇਅਰ ਰਿਪੀਟ ਹੈ। ਟਰਾਈ ਟੂ ਅੰਡਰਸਟੈਂਡ, ਸਪੋਜ਼ ਮੈਂ 6 ਬੇਸ ਪੇਅਰ ਬਣਾ ਦਾਂ ਇੱਥੇ, ATCGCT, ਇਹ ਆਪਣੇ ਆਪ ਨੂੰ ਰਿਪੀਟ ਕਰੀ ਜਾ ਰਿਹਾ ਹੈ ਮਾਈਕਰੋ ਸੈਟੇਲਾਈਟ ਸਾਡੇ DNA ਦੇ ਵਿੱਚ। ਮਿਨੀ ਮੀਨਸ 11 to 60 ਬੇਸ ਪੇਅਰ, 11 ਇਹੋ ਜਿਹੇ ਬੇਸ ਪੇਅਰ ਬਣਾ ਦਿਓ ਇੱਥੇ, ਉਹੀ ਆਪਣੇ ਆਪ ਨੂੰ ਕੀ ਕਰਾ ਰਿਹਾ, ਰਿਪੀਟ। ਔਰ ਇਹ ਹਾਈਲੀ ਵੇਰੀਏਬਲ ਹੈ ਔਰ ਸਪੈਸੀਫਿਕ ਫॉर ਈਚ ਇੰਡੀਵਿਜੂਅਲ ਹੈ। ਕਹਿਣ ਦਾ ਮਤਲਬ ਇਹ ਹੈ, ਹੋ ਸਕਦਾ ਹੈ ਸਪੋਜ਼ ਆ ਇੱਕ 6 ਬੇਸ ਪੇਅਰ ਵਾਲਾ ਇੱਕ ਸੀਕੁਐਂਸ ਹੈ ਜਿਹੜਾ ਹੋ ਸਕਦਾ, ਫੋਰ ਐਗਜ਼ਾਮਪਲ ਹੋ ਸਕਦਾ ਮੇਰੇ ਵਿੱਚ 50 ਟਾਈਮਸ ਰਿਪੀਟ ਹੋ ਰਿਹਾ ਹੋਵੇ, ਕਿਸੇ ਹੋਰ ਇੰਡੀਵਿਜੂਅਲ 'ਚ 60 ਟਾਈਮ ਰਿਪੀਟ ਹੋ ਰਿਹਾ ਹੋਵੇ, ਕਿਸੇ ਹੋਰ ਇੰਡੀਵਿਜੂਅਲ 'ਚ 100 ਟਾਈਮ ਰਿਪੀਟ ਹੋ ਰਿਹਾ ਹੋਵੇ। ਸੋ ਇਹ ਸਪੈਸੀਫਿਕ ਹਰ ਇੰਡੀਵਿਜੂਅਲ ਦੇ ਲਈ ਇਹ ਜਿਹੜਾ ਡਿਫਰੈਂਸ ਹੈ ਕੁਆਂਟੀਟੇਟਿਵਲੀ ਕਹਿ ਲਓ ਕਿ ਕਿੰਨੇ ਨੰਬਰ 'ਚ ਕਹਿ ਲਓ ਕਿੰਨੇ ਨੰਬਰ ਹੈ, ਉਹ ਇਟ ਵੇਰੀਜ਼ ਰਾਈਟ। ਸੋ ਜਦੋਂ ਅਸੀਂ ਇਹਨੂੰ ਅਲਟਰਾ ਸੈਂਟਰੀਫਿਕੇਸ਼ਨ ਮਸ਼ੀਨ 'ਚ DNA ਨੂੰ ਸੈਂਟਰੀਫਿਊਜ ਕਰਦੇ ਹਾਂ ਸੀਜ਼ੀਅਮ ਕਲੋਰਾਈਡ ਡੈਂਸਿਟੀ ਗ੍ਰੇਡੀਅੰਟ 'ਚ, ਦੋ ਬੈਂਡ ਬਣਦੇ ਨੇ, ਇੱਕ ਮੇਜਰ ਬੈਂਡ ਇੱਕ ਮਾਈਨਰ ਬੈਂਡ। ਅਤੇ ਜਦੋਂ ਅਸੀਂ ਇਹਦੀ ਗ੍ਰੈਫ ਬਣਾਉਂਦੇ, ਪੀਕ ਬਣਾਉਂਦੇ ਹਾਂ, ਜਿਹੜੀ ਲਾਰਜ ਪੀਕ ਹੈ ਬਲਕ DNA, ਬੇਟਾ ਬਲਕ DNA 'ਚੋਂ ਯੂਕ੍ਰੋਮੈਟਿਨ, ਸੈਟੇਲਾਈਟ ਮੀਨ ਕੋਡਿੰਗ ਨੋਨ ਕੋਡਿੰਗ ਸਾਰਾ ਆ ਜਾਣਾ। ਅਤੇ ਜਿਹੜੀਆਂ ਸੈਪਰੇਟ ਪੀਕਸ ਬਣੀਆਂ ਦੈਟ ਇਜ਼ ਸੈਟੇਲਾਈਟ DNA, ਜਿਹੜਾ ਉਹੀ ਸੀਕੁਐਂਸ ਹੈ ਆਪਣਾ ਨੋਨ ਕੋਡਿੰਗ ਹੈ ਬਟ ਇਹ ਰੈਪੀਟੇਟਿਵ ਹੈ। ਆਹੀ ਜਿਹੜੇ ਹੁਣ ਅਸੀਂ ਉੱਪਰ ਜ਼ਿਕਰ ਕਰ ਰਹੇ ਹਾਂ, ਸੈਟੇਲਾਈਟ DNA ਦੀ ਇੱਕ ਅਲੱਗ ਪੀਕ ਬਣ ਜਾਏਗੀ। ਠੀਕ ਹੈ ਜੀ। ਸੋ ਰੈਪੀਟੇਟਿਵ ਅਤੇ ਸੈਟੇਲਾਈਟ DNA ਕੀ ਹੈ, ਕਲੀਅਰ ਹੈ। ਹੁਣ ਅਸੀਂ ਪੜ੍ਹ ਪਾਵਾਂਗੇ ਪ੍ਰਿੰਸੀਪਲ। ਠੀਕ ਹੈ ਜੀ। ਪ੍ਰਿੰਸੀਪਲ ਦੇ ਵਿੱਚ ਉਹੀ ਚੀਜ਼ ਹੈ ਕਿ DNA ਫਿੰਗਰ ਪ੍ਰਿੰਟਿੰਗ 'ਚ ਅਸੀਂ ਉਹੀ ਸਪੈਸੀਫਿਕ ਰੀਜਨ ਫਾਈਂਡ ਆਊਟ ਕਰਨਾ ਹੈ ਜਿਹੜਾ ਆਪਣੇ ਆਪ ਨੂੰ ਕੀ ਕਰ ਰਿਹਾ, ਰਿਪੀਟ। ਠੀਕ ਹੈ। ਕਿਉਂਕਿ ਉਹ ਮੇਰੇ 'ਚ ਅਗਰ ਇਫ ਆਈ ਟਾਕ ਅਬਾਊਟ 2 or 3 ਡਿਫਰੈਂਟ ਇੰਡੀਵਿਜੂਅਲਸ, ਹੋ ਸਕਦਾ ਜਿਹੜਾ ਰੈਪੀਟੇਟਿਵ ਸੀਕੁਐਂਸ ਹੈ ਉਹ ਕਿਸੇ 'ਚ ਕਿੰਨੇ ਟਾਈਮ ਰਿਪੀਟ ਹੋ ਰਿਹਾ ਹੋਵੇ, ਕਿਸੇ 'ਚ ਕਿੰਨੇ ਟਾਈਮ ਰਿਪੀਟ ਹੋ ਰਿਹਾ ਹੋਵੇ। ਠੀਕ ਹੈ ਜੀ। ਸੋ ਕਹਿੰਦਾ ਜਿਹੜੇ ਰੈਪੀਟੇਟਿਵ ਸੀਕੁਐਂਸਿਸ ਨੇ, ਉਹੀ ਜਿਹੜੀ ਮੈਂ ਤੁਹਾਨੂੰ ਗੱਲ ਕਹੀ, ਅਸੀਂ ਇਹਨਾਂ ਨੂੰ ਸੈਪਰੇਟ ਕਰ ਸਕਦੇ ਹਾਂ ਸੀਜ਼ੀਅਮ ਕਲੋਰਾਈਡ ਡੈਂਸਿਟੀ ਗ੍ਰੇਡੀਅੰਟ ਸੈਂਟਰੀਫਿਊਗੇਸ਼ਨ ਦੇ ਵਿੱਚ। ਸੋ ਸਮੋਲ ਪੀਕ ਜਿਹੜੀਆਂ ਆ ਜਾਂਦੀਆਂ ਉਹ ਕੀ ਹੁੰਦੀਆਂ, ਸੈਟੇਲਾਈਟ DNA। ਠੀਕ ਹੈ। ਦੈਨ
ਸੈਟੇਲਾਈਟ ਡੀਐਨਏ ਉਹ ਸੀਕੁਐਂਸਿਸ ਨੇ, ਮੈਂ ਪੜ੍ਹਾ ਚੁੱਕੀ ਹਾਂ, ਦੱਸ ਚੁੱਕੀ ਹਾਂ, ਜਿਹੜੇ ਪ੍ਰੋਟੀਨ ਨੂੰ ਕੋਡ ਨਹੀਂ ਕਰਦੇ, ਪਰ ਇਹ ਸਾਡੇ ਹਿਊਮਨ ਜੀਨੋਮ ਦਾ ਲਾਰਜ ਪਾਰਟ ਬਣਾਉਂਦੇ, ਕਿਉਂਕਿ ਅਸੀਂ ਪੜ੍ਹ ਚੁੱਕੇ ਹਾਂ ਕਿ ਡੀਐਨਏ ਜਿਹੜਾ ਸਾਡਾ ਉਹ 'ਚ ਮੈਜੋਰਿਟੀ ਮੋਰ ਦੈਨ 98% ਪਾਰਟ ਜਿਹੜਾ ਹੈ ਉਹ ਨੋਨ ਕੋਡਿੰਗ ਹੈ, ਅਤੇ ਅਸੀਂ ਉਹੀ ਨੋਨ ਕੋਡਿੰਗ ਪਾਰਟ ਦੇ ਵਿੱਚ ਰੈਪੀਟੇਟਿਵ ਸੀਕੁਐਂਸਿਸ ਪ੍ਰੈਜ਼ੈਂਟ ਨੇ। ਤਾਂ ਹੀ ਕਹਿ ਰਿਹਾ ਕਿ ਲਾਰਜ ਪੋਰਸ਼ਨ ਆਫ ਹਿਊਮਨ ਜੀਨੋਮ ਜਿਹੜਾ ਹੈ ਉਹ ਸਾਡਾ ਰੈਪੀਟੇਟਿਵ ਪਾਰਟ ਹੈ, ਜਾਂ ਤੁਸੀਂ ਕਹਿ ਲਓ ਉਹ ਪਾਰਟ ਹੈ ਜਿਹੜਾ ਡੀਐਨਏ ਨੂੰ ਕੋਡ, ਪ੍ਰੋਟੀਨਸ ਨੂੰ ਕੋਡ ਨਹੀਂ ਕਰਦਾ। ਠੀਕ ਹੈ, ਔਰ ਇਹ ਜਿਹੜੇ ਸੀਕੁਐਂਸਿਸ ਨੇ ਬੇਟਾ, ਇਹ ਪੋਲੀਮੋਰਫਿਜ਼ਮ ਸ਼ੋ ਕਰਦੇ, ਡਿਫਰੈਂਸਿਸ ਸ਼ੋ ਕਰਦੇ। ਕਿਵੇਂ ਕਰਦੇ ਆਪਾਂ ਡਿਸਕਸ ਕਰਦੇ ਹਾਂ, ਔਰ ਇਹੀ ਬੇਸ ਬਣਾਉਂਦੇ ਨੇ ਸਾਡੇ ਡੀਐਨਏ ਫਿੰਗਰਪ੍ਰਿੰਟਿੰਗ ਦਾ। ਕਾਹਦਾ ਬੇਸ ਬਣਾਉਂਦੇ ਨੇ? ਡੀਐਨਏ ਫਿੰਗਰਪ੍ਰਿੰਟਿੰਗ ਦਾ। ਕਹਿਣ ਦਾ ਮਤਲਬ ਕੀ ਹੈ ਕਿ ਜਿਹੜੇ ਸਪੋਜ਼ ਅਸੀਂ ਜਿਹੜੇ ਸੈੱਲਸ ਦੀ ਗੱਲ ਕਰਦੇ ਹਾਂ, ਜਿਹੜੇ ਆਪਾਂ ਡੀਐਨਏ ਫਿੰਗਰਪ੍ਰਿੰਟਿੰਗ ਕਰਾਉਣ ਲਈ ਜਿਹੜੇ ਸੈੱਲਸ ਅਸੀਂ ਲੈਂਦੇ ਹਾਂ, ਸਪੋਜ਼ ਅਸੀਂ ਬਲੱਡ ਦੇ ਸੈੱਲ 'ਚੋਂ ਵੀ ਡੀਐਨਏ ਨਿਕਾਲ ਸਕਦੇ ਹਾਂ, ਹੇਅਰ ਫੋਲੀਕਲ 'ਚੋਂ ਵੀ ਨਿਕਾਲ ਸਕਦੇ ਹਾਂ, ਸਕਿਨ 'ਚੋਂ, ਬੋਨ 'ਚੋਂ, ਸਲਾਈਵਾ 'ਚੋਂ, ਸਪਰਮ 'ਚੋਂ, ਹੈ ਨਾ। ਹੁੰਦਾ ਕੀ ਹੈ, ਜਿਹੜੇ ਸੀਕੁਐਂਸਿਸ, ਸਪੋਜ਼ ਆਈ ਵਾਸ ਟਾਕਿੰਗ ਅਬਾਊਟ ਦਿਸ ਸੀਕੁਐਂਸ ATCGCT, ਸਪੋਜ਼ ਇਹ ਕਿਸੇ ਇੰਡੀਵਿਜੂਅਲ 'ਚ, ਸਪੋਜ਼ ਇਹ A ਇੰਡੀਵਿਜੂਅਲ ਹੈ, ਇਹਦੇ ਵਿੱਚ ਇਹ ਵਾਲਾ ਸੀਕੁਐਂਸ ਹੈ ਜਿਹੜਾ ਰੈਪੀਟੇਟਿਵ ਹੈ, ਠੀਕ ਹੈ, ਨੋਨ ਕੋਡਿੰਗ ਪਾਰਟ ਹੈ। ਇਹ B ਹੈ, B ਦੇ ਵਿੱਚ ਹੋ ਗਈ ਮਿਊਟੇਸ਼ਨ, ਠੀਕ ਹੈ, T ਦੀ ਜਗ੍ਹਾ ਲੱਗ ਗਿਆ C, ਬਾਕੀ ਸਾਰਾ ਸੀਕੁਐਂਸ ਕੀ ਹੈ? ਸੇਮ ਹੈ। ਬਾਕੀ ਸਾਰਾ ਸੀਕੁਐਂਸ ਕੀ ਹੈ? GCTA, ਠੀਕ ਹੈ। ਸਪੋਜ਼ ਮਿਊਟੇਸ਼ਨ ਹੋਈ, ਸਿਰਫ ਇਹ ਵਾਲੇ ਨਿਊਕਲੀਓਟਾਈਡ ਦੇ ਵਿੱਚ ਇੱਕ ਚੇਂਜ ਆ ਗਿਆ। ਸੋ A ਇੰਡੀਵਿਜੂਅਲ ਅਤੇ B ਇੰਡੀਵਿਜੂਅਲ, ਇਹਦੇ ਵਿੱਚ ਕੀ ਸ਼ੋ ਹੋ ਰਹੀ? ਪੋਲੀਮੋਰਫਿਜ਼ਮ, ਡਿਫਰੈਂਸ ਇਨ ਦਾ ਫੋਰਮ। ਸੋ ਦਿਸ ਇਜ਼ ਦਾ ਬੇਸ। ਇਹੀ ਹੈ ਕਿ ਅਸੀਂ ਇਸ ਚੀਜ਼ ਨੂੰ ਹੀ ਤਾਂ ਫਾਈਂਡ ਆਊਟ ਕਰਨਾ ਹੈ। ਔਰ ਅਗਰ A ਇੰਡੀਵਿਜੂਅਲ ਦੀ ਗੱਲ ਕਰਾਂ ਤਾਂ ਇਹ ਵਾਲਾ ਸੀਕੁਐਂਸ ਚਾਹੇ ਹੇਅਰ ਦੇ ਸੈੱਲ ਲੈ ਲਓ, ਚਾਹੇ ਤੁਸੀਂ ਸਕਿਨ ਦੇ ਸੈੱਲ ਲੈ ਲਓ, ਚਾਹੇ ਸਪਰਮ ਲੈ ਲਓ, ਚਾਹੇ ਬਲੱਡ ਦੇ ਸੈੱਲ ਲੈ ਲਓ, ਤਾਂ ਇਹ ਵਾਲਾ ਜਿਹੜਾ ਸੀਕੁਐਂਸ ਹੈ, ਹਰ ਸੈੱਲ ਦੇ ਵਿੱਚ ਇਹੀ ਸੀਕੁਐਂਸ ਹੈ ਜਿਹੜਾ ਆਪਣੇ ਆਪ ਨੂੰ ਰਿਪੀਟ ਕਰੇਗਾ, ਔਰ ਇਹੀ ਅਸੀਂ ਫਾਈਂਡ ਆਊਟ ਕਰਨਾ। ਔਰ ਇਹੀ ਇਨਹੈਰੀਟੇਬਲ ਵੀ ਹੁੰਦਾ, ਫਰੋਮ ਵਨ ਜਨਰੇਸ਼ਨ ਟੂ ਨੈਕਸਟ ਜਨਰੇਸ਼ਨ ਟਰਾਂਸਫਰ ਵੀ ਕਰਦਾ। ਤਾਂ ਹੀ ਕਿਸੇ ਬੱਚੇ ਦੇ ਪੇਰੈਂਟਸ ਫਾਈਂਡ ਆਊਟ ਕਰਨ ਲਈ, ਪੈਟਰਨਿਟੀ ਡਿਸਪਿਊਟਸ ਲਈ ਵੀ ਇਹ ਟੈਕਨੀਕ ਯੂਜ਼ ਕੀਤੀ ਜਾਂਦੀ ਹੈ, ਠੀਕ ਹੈ। ਪੋਲੀਮੋਰਫਿਜ਼ਮ ਇਨ ਡੀਐਨਏ ਸੀਕੁਐਂਸ ਇਜ਼ ਦਾ ਬੇਸਿਸ ਆਫ ਜੈਨੇਟਿਕ ਮੈਪਿੰਗ। ਅਸੀਂ ਇਹਨਾਂ ਜੈਨੇਟਿਕ ਮੈਪਿੰਗ ਵੀ ਕਰਦੇ ਹਾਂ ਅਤੇ ਡੀਐਨਏ ਫਿੰਗਰਪ੍ਰਿੰਟਿੰਗ ਵੀ ਕਰਦੇ ਹਾਂ। ਪੋਲੀਮੋਰਫਿਜ਼ਮ ਆਇਆ ਕਿਵੇਂ? ਜਿਵੇਂ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ। ਸਪੋਜ਼ ਜਿਹੜਾ ਮੇਰਾ ਡੀਐਨਏ ਹੈ ਉਹਦੇ 'ਚ ATCGCTA ਉਹ ਰੈਪੀਟੇਟਿਵ ਸੀਕੁਐਂਸ ਹੈ ਜਿਹੜਾ ਆਪਣੇ ਆਪ ਨੂੰ ਰਿਪੀਟ ਕਰਾ ਰਿਹਾ। B ਇੰਡੀਵਿਜੂਅਲ ਦੇ ਵਿੱਚ ਇੱਕ ਮਿਊਟੇਸ਼ਨ ਆ ਗਈ, T ਦੀ ਜਗ੍ਹਾ ਲੱਗ ਗਿਆ C। ਹੁਣ ਇਹ ਉਹ ਸੀਕੁਐਂਸ ਹੈ ਜਿਹੜਾ ਆਪਣੇ ਆਪ ਨੂੰ ਰਿਪੀਟ ਕਰਾ ਰਿਹਾ, ਸਿਰਫ ਫਰਕ ਕਿੱਥੇ ਹੈ? ਇੱਥੇ, ਪੋਲੀਮੋਰਫਿਜ਼ਮ, ਠੀਕ ਹੈ ਜੀ। ਸੋ ਸ਼ਾਰਟ ਨਿਊਕਲੀਓਟਾਈਡ ਰਿਪੀਟਸ, ਜਿਹੜੇ ਸ਼ਾਰਟ ਨਿਊਕਲੀਓਟਾਈਡ ਰਿਪੀਟ ਨੇ ਡੀਐਨਏ ਦੇ, ਜਿਹੜੇ ਹਰ ਇੰਡੀਵਿਜੂਅਲ ਦੇ ਵਿੱਚ ਸਪੈਸੀਫਿਕ ਨੇ ਅਤੇ ਉਹਨਾਂ ਦਾ ਨੰਬਰ ਵੀ ਵੇਰੀ ਕਰਦਾ। ਮੀਨ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ, ਅਗਰ ਇੱਕ ਰੈਪੀਟੇਟਿਵ ਸੀਕੁਐਂਸ ਉਹ ਮੇਰੇ 'ਚ 10 ਨੇ, ਹੋ ਸਕਦਾ ਕਿਸੇ 'ਚ 50 ਹੋਣ, ਹੋ ਸਕਦਾ ਕਿਸੇ 'ਚ 100 ਹੋਣ, ਠੀਕ ਹੈ। ਸੋ ਇਹ ਜਿਹੜੇ ਸ਼ਾਰਟ ਸੀਕੁਐਂਸਿਸ ਨੇ ਵਿਚ ਆਰ ਰਿਪੀਟਿੰਗ ਇਟਸੈਲਫ ਅਗੈਨ ਐਂਡ ਅਗੈਨ, ਉਹ ਉਹਨਾਂ ਸ਼ਾਰਟ ਸੀਕੁਐਂਸਿਸ ਨੂੰ ਅਸੀਂ ਕੀ ਬੋਲਦੇ ਹਾਂ? ਵੇਰੀਏਬਲ ਨੰਬਰ ਟੈਂਡਮ ਰਿਪੀਟਸ। ਇਹਨਾਂ ਨੂੰ ਮਿਨੀ ਸੈਟੇਲਾਈਟਸ ਵੀ ਕਹਿੰਦੇ ਹਾਂ। ਕੀ ਬੋਲਦੇ ਹਾਂ? ਮਿਨੀ ਸੈਟੇਲਾਈਟਸ ਔਰ ਵੇਰੀਏਬਲ ਨੰਬਰ ਟੈਂਡਮ ਰਿਪੀਟਸ। ਗੈਟਿੰਗ ਮਾਈ ਪੁਆਇੰਟ? ਠੀਕ ਹੈ। ਸੋ ਡਿਫਰੈਂਸ ਕੈਨ ਬੀ ਇਨ ਸਿੰਗਲ ਨਿਊਕਲੀਓਟਾਈਡ, difference can be in more than one nucleotide, right? So in this technique what Sir Alec Jeffrey has done, so ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਜਿਹੜੇ ਇਹ VNTRs ਨੇ, ਵੇਰੀਏਬਲ ਨੰਬਰ ਟੈਂਡਮ ਰਿਪੀਟਸ, ਇਹਨਾਂ ਨੂੰ ਯੂਜ਼ ਕੀਤਾ ਰੇਡੀਓ ਲੇਬਲਡ ਕਰਕੇ। ਮੀਨਸ ਉੱਤੇ ਰੇਡੀਓ ਐਕਟੀਵਿਟੀ ਕਰਤੀ, ਰੇਡੀਓ ਲੇਬਲ ਕਰ ਦਿੱਤਾ, ਔਰ ਇਹਨਾਂ VNTRs ਨੂੰ ਯੂਜ਼ ਕੀਤਾ ਐਜ਼ ਅ ਪ੍ਰੋਬ। ਵਾਟ ਆਰ ਪ੍ਰੋਬ, ਵਾਟ ਇਜ਼ ਦਾ ਫੰਕਸ਼ਨ ਆਫ ਦਿਸ ਪ੍ਰੋਬ ਹੇਅਰ, ਆਪਾਂ ਉਸ ਚੀਜ਼ ਨੂੰ ਹੁਣੇ ਲੇਟਰ ਔਨ ਡਿਸਕਸ ਕਰਾਂਗੇ ਜਦੋਂ ਅਸੀਂ ਟੈਕਨੀਕ ਪੜ੍ਹਾਂਗੇ। ਸੋ ਕੀ ਅੰਡਰਸਟੈਂਡ ਹੋਇਆ ਸਾਨੂੰ ਪ੍ਰਿੰਸੀਪਲ ਦੇ ਵਿੱਚ? ਅਸੀਂ ਕੀ ਸਮਝਿਆ ਕਿ ਕੀ ਪ੍ਰਿੰਸੀਪਲ ਹੈ ਡੀਐਨਏ ਫਿੰਗਰਪ੍ਰਿੰਟਿੰਗ ਦਾ? ਤਾਂ ਇਹ ਅੰਡਰਸਟੈਂਡ ਕੀਤਾ ਸੀ ਕਿ ਡੀਐਨਏ ਫਿੰਗਰਪ੍ਰਿੰਟਿੰਗ ਦੇ ਵਿੱਚ ਅਸੀਂ ਬੇਸਿਕਲੀ ਕੀ ਪ੍ਰਿੰਸੀਪਲ ਪੜ੍ਹਦੇ ਹਾਂ ਕਿ ਬੇਸਿਕਲੀ ਅਸੀਂ ਉਹ ਸਪੈਸੀਫਿਕ ਰੀਜਨਸ ਨੂੰ ਆਈਡੈਂਟੀਫਾਈ ਕਰਦੇ ਹਾਂ ਡੀਐਨਏ ਦੇ, ਜਿਹੜੇ ਆਪਣੇ ਆਪ ਨੂੰ ਕੀ ਕਰ ਰਹੇ? ਰਿਪੀਟ, ਐਂਡ ਉਹਨਾਂ ਦੇ ਵਿੱਚ ਕੋਈ ਨਾ ਕੋਈ ਡਿਫਰੈਂਸ ਹੋਏਗਾ। ਸੋ ਅਸੀਂ ਆਈਡੈਂਟੀਫਾਈ ਕਰਨਾ ਡਿਫਰੈਂਸ। ਉਹੀ ਡਿਫਰੈਂਸ ਜਦੋਂ ਮੈਂ ਆਈਡੈਂਟੀਫਾਈ ਕਰ ਲਿਆ, ਜਿਹੜੇ ਰੈਪੀਟੇਟਿਵ ਸੀਕੁਐਂਸ ਉਹਨਾਂ ਦੇ ਵਿੱਚ, ਰੈਪੀਟੇਟਿਵ ਡੀਐਨਏ ਦੇ ਸੀਕੁਐਂਸ ਜਿਹੜਾ ਉਹ ਇੱਕ ਜਾਂ ਦੋ ਜਾਂ ਜਿੰਨੇ ਵੀ ਨਿਊਕਲੀਓਟਾਈਡ ਦਾ ਜਿਹੜਾ ਡਿਫਰੈਂਸ ਉਹ ਫਾਈਂਡ ਆਊਟ ਕਰਨਾ ਹੀ ਪ੍ਰਿੰਸੀਪਲ ਆਫ ਡੀਐਨਏ ਫਿੰਗਰਪ੍ਰਿੰਟਿੰਗ ਹੈ, ਰਾਈਟ। ਸੋ ਉਹ
ਸ਼ਾਰਟ ਸੀਕੁਐਂਸਿਸ ਵੀ ਹੋ ਸਕਦੇ, ਮਾਈਕਰੋ ਸੈਟੇਲਾਈਟ ਤੇ ਮਿਨੀ ਸੈਟੇਲਾਈਟ, ਜਿਹੜੇ ਕਿ ਆਪਣੇ ਆਪ ਨੂੰ ਕੀ ਕਰਦੇ ਆ, ਰਿਪੀਟ ਕਰਦੇ ਆ। ਔਰ ਇਹ ਵਾਲੇ ਉਹ ਸੀਕੁਐਂਸਿਸ ਨੇ ਜਿਹੜੇ ਪ੍ਰੋਟੀਨਸ ਨੂੰ ਕੋਡ ਨਹੀਂ ਕਰਦੇ। ਔਰ ਇਹ ਜਿਹੜੇ ਮਰਜ਼ੀ ਸੈੱਲ ਦੇ ਵਿੱਚ ਤੁਸੀਂ ਚੈੱਕ ਕਰ ਲਓ, ਜਿਹੜਾ ਇਹ ਰੈਪੀਟੀਟਿਵ ਸੀਕੁਐਂਸ ਹੈ ਉਹਦੇ 'ਚ ਜਿਹੜਾ ਚੇਂਜ ਆ ਰਿਹਾ ਡਿਊ ਟੂ ਮਿਊਟੇਸ਼ਨ ਇੱਕ ਇੰਡੀਵਿਜੂਅਲ ਤੋਂ ਦੂਜੇ ਇੰਡੀਵਿਜੂਅਲ 'ਚ, ਉਹ ਸੇਮ ਹੋਏਗਾ ਹਰ ਸੈੱਲ 'ਚ। ਤਾਂ ਅਸੀਂ ਉਹੀ ਪੋਲੀਮੋਰਫਿਜ਼ਮ ਨੂੰ ਫਾਈਂਡ ਆਊਟ ਕਰਨਾ ਹੈ, ਜਿਹੜਾ ਇੱਕ ਇੰਡੀਵਿਜੂਅਲ ਦੇ ਆਹ ਰੈਪੀਟੀਟਿਵ ਸੀਕੁਐਂਸ ਤੇ ਦੂਜੇ ਇੰਡੀਵਿਜੂਅਲ ਦੇ ਰੈਪੀਟੀਟਿਵ ਸੀਕੁਐਂਸ 'ਚ ਜਿਹੜਾ ਉਹ ਡਿਫਰੈਂਸ ਹੈ, ਉਹੀ ਪੋਲੀਮੋਰਫਿਜ਼ਮ, ਉਹੀ ਮੈਂ ਫਾਈਂਡ ਆਊਟ ਕਰਨਾ ਹੈ। ਦੈਟ ਵਿਲ ਬੀ ਦ ਬੇਸ ਆਫ DNA ਫਿੰਗਰ ਪ੍ਰਿੰਟਿੰਗ, ਰਾਈਟ। ਸੋ ਲੈਟ ਅਸ ਡਿਸਕਸ ਦ ਟੈਕਨੀਕ ਆਫ DNA ਫਿੰਗਰ ਪ੍ਰਿੰਟਿੰਗ। ਤਾਂ ਇੱਥੋਂ ਸਾਨੂੰ ਹੋਰ ਕਲੀਅਰ ਹੋਏਗਾ ਕਿ ਅਸੀਂ ਕਰਨਾ ਕੀ ਹੈ। ਦੈਨ ਵੀਲ ਡਿਸਕਸ ਵਨ ਐਗਜ਼ਾਮਪਲ ਆਫ ਦਿਸ, ਰਾਈਟ। ਸੋ ਆਪਾਂ ਕੀ ਕਰਨਾ ਹੈ, ਟੈਕਨੀਕ ਕਰਨੀ ਹੈ। ਸੋ ਮੈਂ ਇੱਕ ਫਲੋ ਚਾਰਟ ਦੀ ਫਾਰਮ ਦੇ ਵਿੱਚ ਟੈਕਨੀਕ ਡਰਾ ਕੀਤੀ, ਆਪਾਂ ਦੇਖਦੇ ਹਾਂ ਕਰਨਾ ਕੀ। ਸਭ ਤੋਂ ਪਹਿਲਾਂ ਬਲੱਡ ਦੇ ਸੈੱਲ ਤੋਂ, ਸਪਰਮ ਤੋਂ ਜਾਂ ਹੇਅਰ ਫੋਲੀਕਲ ਤੋਂ, ਕਿਸੇ ਤੋਂ ਵੀ ਨਿਊਕਲੀਅਸ ਦੇ ਵਿੱਚੋਂ ਅਸੀਂ DNA ਨੂੰ ਐਕਸਟਰੈਕਟ ਕਰ ਲੈਣਾ। ਅਸੀਂ ਯੂਕੈਰੀਓਟਸ ਦੀ ਗੱਲ ਕਰੀਏ ਤਾਂ ਨਿਊਕਲੀਅਸ ਦੇ ਵਿੱਚੋਂ ਅਸੀਂ DNA ਕੱਢ ਲੈਣਾ। ਉਸ ਤੋਂ ਬਾਅਦ ਤੁਸੀਂ DNA ਨੂੰ ਕੱਟ ਕਰਨਾ। DNA ਦੀ ਜਿਹੜੀ ਕੱਟ ਹੈ ਅਸੀਂ ਬਾਇਓ ਟੈਕਨੋਲੋਜੀ ਯੂਨਿਟ 'ਚ ਪੜਾਂਗੇ। ਦੇਅਰ ਆਰ ਐਨਜ਼ਾਈਮ ਰਿਸਟ੍ਰਿਕਸ਼ਨ ਐਂਡੋਨਿਊਕਲੀਅਸਿਸ, ਜਿਹੜਾ DNA ਦੇ ਵਿੱਚ ਸਪੈਸੀਫਿਕ ਜਗ੍ਹਾ 'ਤੇ ਕੱਟ ਲਗਾਉਂਦਾ ਹੈ ਔਰ ਕੱਟ ਕਰਕੇ ਉਹਨੂੰ ਕਿਚ ਡਿਵਾਈਡ ਕਰ ਦਿੰਦਾ ਫਰੈਗਮੈਂਟਸ ਵਿੱਚ, ਛੋਟੇ ਛੋਟੇ ਫਰੈਗਮੈਂਟਸ ਦੇ ਵਿੱਚ। ਉਸ ਤੋਂ ਬਾਅਦ ਤੁਸੀਂ ਇੱਕ ਜਿਹੜੀਆਂ ਛੋਟੀਆਂ ਛੋਟੀਆਂ ਫਰੈਗਮੈਂਟ ਬਣ ਗਏ ਉਹਨੂੰ ਜੈਲ ਇਲੈਕਟ੍ਰੋਫੋਰੈਸਿਸ ਕਰਨਾ ਹੈ ਬੇਟਾ। ਇਲੈਕਟ੍ਰੋਫੋਰੈਸਿਸ ਹੁੰਦਾ ਇਲੈਕਟ੍ਰੋ ਮੀਨਸ ਇਨ ਦ ਪ੍ਰੈਜ਼ੈਂਸ ਆਫ ਇਲੈਕਟ੍ਰਿਕ ਚਾਰਜ, ਫੋਰੈਸਿਸ ਮੀਨਸ ਮੂਵਮੈਂਟ। ਸੋ ਇੱਕ ਜੈਲ ਲੈ ਕੇ ਉਹਦੇ ਵਿੱਚ ਅਸੀਂ ਵੈਲਸ ਬਣਾ ਕੇ DNA ਇਨਸਰਟ ਕਰਾ ਦਿੰਦੇ ਜਾਂ ਫਰੈਗਮੈਂਟਸ ਇਨਸਰਟ ਕਰਾਉਂਦੇ, ਕਰੰਟ ਦਿੰਦੇ ਹਾਂ, ਇਲੈਕਟ੍ਰਿਕ ਚਾਰਜ ਦਿੰਦੇ, ਪੋਜ਼ੀਟਿਵ ਨੈਗੇਟਿਵ ਚਾਰਜ, ਇੱਕ ਪਾਸੇ ਪੋਜ਼ੀਟਿਵ ਇੱਕ ਪਾਸੇ ਤੁਸੀਂ ਕਹਿ ਲਓ ਨੈਗੇਟਿਵ, ਡੋਂਟ ਡਰਾ ਦਿਸ, ਇੱਕ ਪਾਸੇ ਪੋਜ਼ੀਟਿਵ ਇੱਕ ਪਾਸੇ ਨੈਗੇਟਿਵ। ਸੋ ਅਸੀਂ ਕੀ ਦੇਖਦੇ ਹਾਂ ਕਿ ਜਿਹੜਾ DNA ਹੈ, ਸੋ ਅਸੀਂ ਕੀ ਕਹਿੰਦੇ ਹਾਂ, ਜਿਹੜਾ DNA ਹੈ ਉਹ ਕੀ ਕਰਦਾ, ਮੂਵ ਕਰਦਾ। ਓਬਵੀਅਸਲੀ ਨੈਗੇਟਿਵਲੀ ਚਾਰਜ ਹੈ, ਪੋਜ਼ੀਟਿਵ ਵਾਲੀ ਸਾਈਡ 'ਤੇ ਮੂਵ ਕਰੇਗਾ ਔਨ ਅਕੋਰਡਿੰਗ ਟੂ ਦੇਅਰ ਸਾਈਜ਼। ਜਿਹੜੀ ਚੀਜ਼ ਹਲਕੀ ਹੈ, ਲਾਈਟ ਹੈ, ਉਹ ਜ਼ਿਆਦਾ ਮੂਵ ਕਰਦੀ ਹੈ। ਜਿਹੜੀ ਚੀਜ਼ ਹੈਵੀ ਹੈ ਉਹ ਉੱਥੇ ਉਹ ਥੋੜ੍ਹੀ ਸਲੋਲੀ ਮੂਵ ਕਰਦੀ ਹੈ, ਅਸੀਂ ਐਂ ਕਹਿ ਸਕਦੇ ਹਾਂ। ਅਸੀਂ ਕਰ ਕੀ ਰਹੇ ਹਾਂ, ਜੇ ਤੁਸੀਂ ਸਿੰਪਲੀ ਜਾਣੋ ਤਾਂ ਅਸੀਂ ਇਹਨਾਂ ਫਰੈਗਮੈਂਟਸ ਨੂੰ ਸੈਪਰੇਟ ਕਰ ਰਹੇ ਹਾਂ ਬਾਈ ਯੂਜ਼ਿੰਗ ਜੈਲ ਇਲੈਕਟ੍ਰੋਫੋਰੈਸਿਸ, ਰਾਈਟ। ਨੈਕਸਟ ਸਟੈਪ ਦੇ ਵਿੱਚ ਅਸੀਂ ਕੀ ਕਰਦੇ ਹਾਂ, ਜਿਹੜੀਆਂ ਫਰੈਗਮੈਂਟਸ ਨੂੰ ਅਸੀਂ ਸੈਪਰੇਟ ਕੀਤਾ ਹੈ ਸਾਈਜ਼ ਦੇ ਬੇਸ 'ਤੇ, ਜਿਨ੍ਹਾਂ ਦੇ ਵਿੱਚ ਉਹੀ ਵੇਰੀਏਬਲ ਨੰਬਰ ਟੈਂਡਮ ਰਿਪੀਟ ਔਰ ਰੈਪੀਟੇਟਿਵ ਸੀਕੁਐਂਸ, ਉਹੀ ਜਿਹਦੇ 'ਚ ਜਿਹੜਾ ਸਾਰਿਆਂ ਦੇ ਵਿੱਚ ਜਿਨ੍ਹਾਂ ਦਾ ਨੰਬਰ ਐਂਡ ਜਿਨ੍ਹਾਂ 'ਚ ਹਲਕੇ ਫੁਲਕੇ ਮਿਊਟੇਸ਼ਨ ਕਰਕੇ ਜਿਹੜਾ ਪੋਲੀਮੋਰਫਿਜ਼ਮ ਆਇਆ, ਉਹੀ ਵੇਰੀਏਬਲ ਨੰਬਰ ਟੈਂਡਮ ਰਿਪੀਟਸ ਆਰ ਮਲਟੀਪਲਾਈਡ। ਉਹਨਾਂ ਦੀ ਹੁਣ ਅਸੀਂ ਐਂਪਲੀਫਿਕੇਸ਼ਨ ਕੀਤੀ ਹੈ। ਹੇਅਰ ਵੀ ਕੈਨ ਆਲਸੋ ਯੂਜ਼ ਦਾ ਟਰਮ ਐਂਪਲੀਫਿਕੇਸ਼ਨ। ਔਰ ਇੱਕ ਟੈਕਨੀਕ ਅਸੀਂ ਪੜ੍ਹਾਂਗੇ ਬਾਇਓਟੈਕਨੋਲੋਜੀ ਯੂਨਿਟ 'ਚ, PCR, ਪੋਲੀਮਰੇਜ਼ ਚੇਨ ਰਿਐਕਸ਼ਨ, ਜਿਹਦੇ ਨਾਲ ਅਸੀਂ DNA ਦੀਆਂ ਫਰੈਗਮੈਂਟਸ ਦੀ ਕਾਪੀਜ਼ ਬਣਾਉਂਦੇ ਹਾਂ, ਐਂਪਲੀਫਿਕੇਸ਼ਨ ਕਰਦੇ ਹਾਂ। ਸੋ ਉਹ ਜਿਹੜੀਆਂ ਫਰੈਗਮੈਂਟ ਤੁਸੀਂ ਸੈਪਰੇਟ ਕੀਤੀਆਂ ਸੀ ਉਹਦੀ ਐਂਪਲੀਫਿਕੇਸ਼ਨ ਕਰ ਦਿਓ। ਆਫਟਰ ਦੈਟ ਫਿਰ ਉਹ ਜਿਹੜੀ ਫਰੈਗਮੈਂਟਸ ਦੀ ਕਾਪੀਜ਼ ਬਣ ਗਈਆਂ, ਉਹ ਜਿਹੜਾ ਉਹਦੇ 'ਚ ਜਿਹੜਾ DNA ਸੀ ਉਹਨੂੰ ਸਿੰਗਲ ਸਟ੍ਰੈਂਡ 'ਚ ਕਨਵਰਟ ਕਰਨਾ ਹੈ। ਸੋ ਡਬਲ ਸਟ੍ਰੈਂਡਡ DNA ਨੂੰ ਸਿੰਗਲ ਸਟ੍ਰੈਂਡਡ DNA 'ਚ ਕਨਵਰਟ ਕਰਨ ਲਈ ਸਾਨੂੰ ਉਹਦੇ ਵਿਚਲੇ ਹਾਈਡਰੋਜਨ ਬੌਂਡ ਤੋੜਨੇ ਪੈਂਦੇ ਆ। ਇਟ ਕੈਨ ਬੀ ਡਨ ਯੂਜ਼ਿੰਗ ਹਾਈ ਟੈਂਪਰੇਚਰ ਔਰ ਸਮ ਕੈਮੀਕਲ, ਠੀਕ ਹੈ ਜੀ। ਤੋੜ ਦਿੱਤਾ, ਸਿੰਗਲ ਸਟ੍ਰੈਂਡ ਕਰ ਲਿਆ। ਹੁਣ ਉਹ ਜਿਹੜੀਆਂ ਫਰੈਗਮੈਂਟਸ ਸੀਗੀਆਂ ਸਿੰਗਲ ਸਟ੍ਰੈਂਡਡ, ਉਹਨੂੰ ਇੱਕ ਨਾਇਲੋਨ ਮੈਂਬਰੇਨ ਦੇ ਉੱਤੇ ਅਸੀਂ ਟਰਾਂਸਫਰ ਕਰ ਦਿੱਤਾ, ਕਿ ਜੈਲ ਤੋਂ ਕਿਹਦੇ ਉੱਤੇ ਲੈ ਗਏ, ਇੱਕ ਨਾਇਲੋਨ ਮੈਂਬਰੇਨ ਦੇ ਉੱਤੇ, ਠੀਕ ਹੈ ਜੀ। ਉਸ ਤੋਂ ਬਾਅਦ ਅਸੀਂ ਕੀ ਕਰਨਾ, ਹੁਣ ਅਸੀਂ ਰੇਡੀਓ ਐਕਟਿਵ DNA ਪ੍ਰੋਬਸ ਲੈਣੀਆਂ ਨੇ। ਅਸੀਂ ਇਹੋ ਜਿਹੇ ਇੱਕ ਸੀਕੁਐਂਸਿਸ ਲੈਣੇ ਨੇ ਜਿਹੜੇ ਆਹ ਫਰੈਗਮੈਂਟਸ ਦੇ ਕੰਪਲੀਮੈਂਟਰੀ ਹੋਣਗੇ, ਠੀਕ ਹੈ। ਸੋ ਰੇਡੀਓ ਐਕਟਿਵ DNA probes having repeated base sequences complementary to possible VNTRs are poured onto nylon membrane। ਅੰਡਰਸਟੈਂਡ ਕਰਨਾ ਅਸੀਂ ਕੀ ਕਰ ਰਹੇ ਹਾਂ। ਸਪੋਜ਼ ਇੱਥੇ ਮੇਰੀ ਇੱਕ ਫਰੈਗਮੈਂਟ ਸੈਪਰੇਟ ਹੋਈ, ਇੱਥੇ ਮੇਰੀ ਇੱਕ ਫਰੈਗਮੈਂਟ ਸੈਪਰੇਟ ਹੋਈ, ਇੱਥੇ ਮੇਰੀ ਇੱਕ ਫਰੈਗਮੈਂਟ ਸੈਪਰੇਟ ਹੋ ਗਈ, ਜਿਹਦੀਆਂ ਮੈਂ ਕਾਪੀਜ਼ ਵੀ ਬਣਾ ਲਈਆਂ। ਆਈ ਡੋਂਟ ਨੋ ਦਾ ਨਾਈਟ੍ਰੋਜਨ ਬੇਸ ਸੀਕੁਐਂਸ ਆਫ ਦਿਸ। ਮੈਨੂੰ ਨਹੀਂ ਪਤਾ ਕਿ ਇਹਦਾ ਬੇਸ ਸੀਕੁਐਂਸ ਕੀ ਹੈ। ਸਪੋਜ਼ ਇੱਥੇ ATCG ਹੈ, ਪਰ ਮੈਨੂੰ ਨਹੀਂ ਪਤਾ ਕਿ ਉਹੀ ਸੀਕੁਐਂਸ ਹੈ ਜਿਹੜਾ ਆਪਣੇ ਆਪ ਨੂੰ ਰਿਪੀਟ ਕਰ ਰਿਹਾ, ਬਟ ਆਈ ਡੋਂਟ ਨੋ ਦਾ ਸੀਕੁਐਂਸ ਆਫ ਨਾਈਟ੍ਰੋਜਨ ਬੇਸਿਸ। ਮੈਂ ਕੀ ਕੀਤਾ, ਇੱਕ ਰੇਡੀਓ ਐਕਟਿਵ ਪ੍ਰੋਬ ਲਈ ਜਿਹਦੇ ਤੇ ਜਿਹੜਾ ਵਿਚ ਇਜ਼ ਰੇਡੀਓ ਐਕਟਿਵਲੀ ਐਕਟਿਵ ਜਾਂ ਰੇਡੀਓ ਐਕਟਿਵਲੀ ਲੇਬਲਡ। ਲੇਕਿਨ ਇਸ ਪ੍ਰੋਬ ਦਾ ਬੇਸ ਸੀਕੁਐਂਸ ਮੈਨੂੰ ਪਤਾ ਹੈ। ਸਪੋਜ਼ ਇਹਦਾ ਬੇਸ ਸੀਕੁਐਂਸ TAGC ਹੈ, ਪਰ ਮੈਨੂੰ
ਜਿਹੜੇ ਮੇਰੇ ਮੈਂ ਆਪਣੇ ਡੀਐਨਏ ਦੀਆਂ ਹੇਅਰ ਚੋਂ ਜਾਂ ਜਿਹਦੇ ਚੋਂ ਵੀ ਲਿਆ ਉਹਦਾ ਮੈਨੂੰ ਨਾਈਟ ਬੇਸ ਸੀਕੁਐਂਸ ਨਹੀਂ ਪਤਾ ਇਹਨਾਂ ਫਰੈਗਮੈਂਟ ਦਾ। ਸੋ ਮੈਂ ਇਸ ਰੇਡੀਓ ਐਕਟਿਵ ਪ੍ਰੋਬ ਨੂੰ ਜਾ ਕੇ ਇਹਦੇ ਵਿੱਚ ਇਨਸਰਟ ਕਰਾਤਾ। ਹੋਇਆ ਕਿ ਇਹ ਆਪਣਾ ਕੰਪਲੀਮੈਂਟਰੀ ਲੱਭੇਗਾ ATTACGGC, ਇਹਦੇ ਨਾਲ ਜਾ ਕੇ ਬੌਂਡ ਬਣਾ ਲੇਗਾ। ਜਿਹੜਾ ਸਿੰਗਲ ਸਟ੍ਰੈਂਡਡ ਫਰੈਗਮੈਂਟ ਸੀ ਉਹਨੇ ਜਾ ਕੇ ਬੌਂਡ ਬਣਾ ਲਿਆ। ਇਹਦਾ ਮੈਨੂੰ ਸੀਕੁਐਂਸ ਪਤਾ ਸੀ ਔਰ ਉਹ ਰੇਡੀਓ ਐਕਟਿਵ ਹੈ, ਰੇਡੀਓ ਐਕਟਿਵ એનર્ਜੀ ਛੋੜੇਗੀ, ਮੈਨੂੰ ਫਾਈਂਡ ਆਊਟ ਹੋ ਜਾਊਗਾ ਕਿ ਕਿੱਥੇ ਜਾ ਕੇ ਲੱਗਾ। ਸੋ ਉਹ ਜਿਹੜਾ ਇਹਦਾ ਮੈਨੂੰ ਸੀਕੁਐਂਸ ਪਤਾ ਸੀ, ਮੈਂ ਆਪਣੇ ਆਪ ਇਹਦਾ ਕੰਪਲੀਮੈਂਟਰੀ ਸੀਕੁਐਂਸ ਬਣਾ ਕੇ ਫਾਈਂਡ ਆਊਟ ਕਰ ਲੂੰਗੀ ਕਿ ਇਹ ਕਿਹੜਾ ਸੀਕੁਐਂਸ ਹੈ। ਠੀਕ ਹੈ, ਸੋ ਇਸ ਤਰੀਕੇ ਦੇ ਨਾਲ ਇੱਥੇ ਹਾਈਬ੍ਰਿਡਾਈਜੇਸ਼ਨ ਹੋਏਗੀ। ਜਿਹੜਾ ਇਹ ਤੁਹਾਡਾ ਪ੍ਰੋਬ ਹੈ, ਜਦੋਂ ਇਹ ਜਾ ਕੇ ਇਸ ਸੀਕੁਐਂਸ ਨਾਲ ਲੱਗ ਗਿਆ, ਇਸ ਪ੍ਰੋਸੈਸ ਨੂੰ ਸਦਰਨ ਬਲੌਟਿੰਗ ਕਹਿੰਦੇ ਨੇ। ਸੋ ਇਸ ਚੀਜ਼ ਨੂੰ ਫਿਰ ਅਸੀਂ ਐਕਸਰੇ ਫਿਲਮ ਨੂੰ ਐਕਸਪੋਜ਼ ਕਰਦੇ ਹਾਂ, ਐਕਸਰੇ ਫਿਲਮ ਲਗਾਉਂਦੇ ਹਾਂ ਨਾਇਲੋਨ ਮੈਂਬਰੇਨ ਦੇ ਉੱਤੇ, ਤਾਂ ਫਿਰ ਜਿਹੜਾ ਰੇਡੀਓ ਐਕਟਿਵ ਡੀਐਨਏ ਹੁੰਦਾ ਉਹ ਸ਼ਾਈਨ ਕਰਦਾ ਜਾਂ ਕਹਿ ਲਓ એનર્ਜੀ ਐਮਿਟ ਕਰਦਾ। ਸੋ ਉੱਥੇ ਨਾ ਡਾਰਕ ਬੈਂਡਸ ਆ ਜਾਂਦੇ ਆ। ਉਹ ਡਾਰਕ ਬੈਂਡ ਸਾਡੇ ਫਿੰਗਰਪ੍ਰਿੰਟਸ ਕਹਿਲਾਉਂਦੇ। ਕੀ ਕਹਿਲਾਉਂਦੇ ਆ? ਸਾਡੇ ਫਿੰਗਰਪ੍ਰਿੰਟਸ। ਮੈਂ ਫਟਾਫਟ ਇੱਕ ਵਾਰੀ ਦੁਬਾਰਾ ਤੋਂ ਜਿਹੜੀ ਇਹਦੀ ਮੈਥਡੋਲੋਜੀ ਹੈ ਜਾਂ ਟੈਕਨੀਕ ਹੈ ਉਹਨੂੰ ਰਿਪੀਟ ਕਰਦੀ ਹਾਂ। ਹੇਅਰ ਦੇ, ਨੇਲ ਦੇ, ਸਪਰਮ ਦੇ ਜਾਂ ਕਿਸੇ ਵੀ ਬਲੱਡ ਸੈੱਲ ਦੇ ਵਿੱਚੋਂ ਅਸੀਂ ਡੀਐਨਏ ਐਕਸਟਰੈਕਟ ਕਰਦੇ ਹਾਂ। ਡੀਐਨਏ ਨੂੰ ਕੱਟ ਕਰਦੇ ਹਾਂ ਇਨਟੂ ਸਮੋਲਰ ਫਰੈਗਮੈਂਟਸ ਬਾਈ ਯੂਜ਼ਿੰਗ ਰਿਸਟ੍ਰਿਕਸ਼ਨ ਐਂਡੋਨਿਊਕਲੀਏਜ਼। ਉਹਨਾਂ ਫਰੈਗਮੈਂਟਸ ਨੂੰ ਅਸੀਂ ਫਿਰ ਸੈਪਰੇਟ ਕਰਦੇ ਹਾਂ ਬਾਈ ਯੂਜ਼ਿੰਗ ਜੈਲ ਇਲੈਕਟ੍ਰੋਫੋਰੈਸਿਸ। ਜਦੋਂ ਫਰੈਗਮੈਂਟ ਸੈਪਰੇਟ ਹੋ ਜਾਂਦੀ ਹੈ ਅਸੀਂ ਉਹਦੀ ਐਂਪਲੀਫਿਕੇਸ਼ਨ ਕਰਦੇ ਹਾਂ, ਕਾਪੀਜ਼ ਬਣਾਉਂਦੇ ਹਾਂ ਬਾਈ ਯੂਜ਼ਿੰਗ PCR ਟੈਕਨੀਕ। ਫਿਰ ਉਹ ਜਿਹੜੀਆਂ ਫਰੈਗਮੈਂਟ ਸੈਪਰੇਟ ਹੋਈਆਂ ਸੀ ਉਹਨੂੰ ਡਬਲ ਸਟੈਂਡਰਡ ਡੀਐਨਏ ਸੀ ਉਹਨੂੰ ਸਿੰਗਲ ਸਟ੍ਰੈਂਡ 'ਚ ਕਨਵਰਟ ਕਰ ਲਓ। ਦੋਜ਼ ਸਿੰਗਲ ਸਟੈਂਡਰਡ ਫਰੈਗਮੈਂਟਸ ਵਰ ਦੈਨ ਟ੍ਰਾਂਸਫਰ ਟੂ ਦ ਨਾਇਲੋਨ ਮੈਂਬਰੇਨ। ਦੈਨ ਅਸੀਂ ਕੀ ਆਪ ਇਨਸਰਟ ਕਰਾਉਂਦੇ ਹਾਂ, ਯੂਜ਼ ਕਰਦੇ ਹਾਂ ਰੇਡੀਓ ਐਕਟਿਵ ਡੀਐਨਏ ਪ੍ਰੋਬਸ, ਜਿਹਦਾ ਸੀਕੁਐਂਸ ਮੈਨੂੰ ਪਤਾ ਹੈ ਲੇਕਿਨ ਮੈਨੂੰ ਇਹਨਾਂ ਫਰੈਗਮੈਂਟਸ ਦਾ ਸੀਕੁਐਂਸ ਜਿਹੜਾ ਸੀ ਹੇਅਰ, ਨੇਲ ਵਗੈਰਾ ਚੋਂ ਲਿਆ ਸੀ ਨਹੀਂ ਪਤਾ। ਸੋ ਇਹ ਜਿਹੜਾ ਡੀਐਨਏ ਪ੍ਰੋਬਸ ਨੇ ਜਿਹੜੀਆਂ ਰੇਡੀਓ ਐਕਟਿਵ ਨੇ, ਇਹ ਜਾ ਕੇ ਇਹਦੇ ਨਾਲ ਬੌਂਡ ਬਣਾ ਲੈਣਗੀਆਂ, ਹਾਈਬ੍ਰਿਡਾਈਜ਼ ਕਰ ਜਾਣਗੀਆਂ, ਸਦਰਨ ਬਲੌਟਿੰਗ ਹੋ ਜਾਏਗੀ। ਸੋ ਮੈਨੂੰ ਇਸ ਆਪਣੀ ਪ੍ਰੋਬ ਤੋਂ ਪਤਾ ਲੱਗੇਗਾ ਕਿ ਕਿਹੜੇ ਕੰਪਲੀਮੈਂਟਰੀ ਸੀਕੁਐਂਸ ਨਾਲ ਜਾ ਕੇ ਇਹਨਾਂ ਨੇ ਬੌਂਡ ਬਣਾਇਆ। ਸੋ ਉਹ ਫਾਈਂਡ ਆਊਟ ਕਰਕੇ ਅਸੀਂ ਕਿਸੇ ਵੀ ਇੰਡੀਵਿਜੂਅਲ ਦਾ ਡੀਐਨਏ ਫਿੰਗਰਪ੍ਰਿੰਟਸ ਬਣਾ ਸਕਦੇ ਹਾਂ। ਸਾਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਇੱਕ ਇੰਡੀਵਿਜੂਅਲ ਦਾ ਡੀਐਨਏ ਫਿੰਗਰਪ੍ਰਿੰਟ ਹੈ। ਸੋ ਨਾਓ ਲੈਟ ਅਸ ਟੇਕ ਵਨ ਐਗਜ਼ਾਮਪਲ ਦੀ ਮਦਦ ਦੇ ਨਾਲ ਅਸੀਂ ਡੀਐਨਏ ਫਿੰਗਰਪ੍ਰਿੰਟਿੰਗ ਦੇਖਦੇ ਹਾਂ। ਫਰਦਰ ਫਿਰ ਅਸੀਂ ਉਹਦੀ ਐਪਲੀਕੇਸ਼ਨਸ ਕਰਾਂਗੇ ਅਤੇ ਅਸੀਂ ਇੱਥੇ ਗੱਲ ਨੂੰ ਅੰਡਰਸਟੈਂਡ ਕਰਾਂਗੇ ਕਿ ਕਿਵੇਂ ਇੱਕ ਇੰਡੀਵਿਜੂਅਲ ਤੋਂ ਦੂਸਰੇ ਇੰਡੀਵਿਜੂਅਲ ਦਾ ਜਿਹੜਾ ਡੀਐਨਏ ਹੁੰਦਾ ਜਾਂ ਜਿਹੜੇ ਉਹ ਰੈਪੀਟੇਟਿਵ ਸੀਕੁਐਂਸ ਹੁੰਦੇ ਉਹ ਡਿਫਰੈਂਟ ਹੁੰਦੇ ਆ। ਠੀਕ ਹੈ ਜੀ, ਕਿਵੇਂ ਅਸੀਂ ਕਰਾਂਗੇ? ਸਪੋਜ਼ ਇੱਕ ਮੇਰੇ ਕੋਲ ਆਪਾਂ ਇਹਦੇ ਵਿੱਚ ਕੋਈ ਕ੍ਰਾਈਮ, ਸਪੋਜ਼ ਕਿਸੇ ਬੰਦੇ ਨੇ ਕ੍ਰਾਈਮ ਕੀਤਾ ਸੀ, ਉਹਦਾ ਡੀਐਨਏ ਫਾਈਂਡ ਆਊਟ ਕਰਨਾ ਹੈ। ਵੀ ਸਾਨੂੰ ਨਹੀਂ ਪਤਾ ਕ੍ਰਾਈਮ ਸੀਨ 'ਤੇ ਸਪੋਜ਼ ਤੁਹਾਨੂੰ ਡੀਐਨਏ ਮਿਲਿਆ, ਕੋਈ ਹੇਅਰ ਮਿਲ ਗਿਆ, ਕੋਈ ਬਲੱਡ ਦਾ ਡਾਟ ਮਿਲ ਗਿਆ, ਡ੍ਰੌਪ ਮਿਲ ਗਿਆ, ਅਸੀਂ ਉਹਦੇ ਤੋਂ ਡੀਐਨਏ ਐਕਸਟਰੈਕਟ ਕਰਕੇ ਕਿਵੇਂ ਡੀਐਨਏ ਫਿੰਗਰਪ੍ਰਿੰਟਿੰਗ ਕਰਦੇ ਹਾਂ ਅਸੀਂ ਦੇਖਦੇ ਹਾਂ। ਲੈਟ ਅਸ ਸਪੋਜ਼ ਮੇਰੇ ਕੋਲ ਦੋ ਪਰਸਨ ਨੇ, ਪਰਸਨ A ਐਂਡ ਪਰਸਨ B। ਠੀਕ ਹੈ ਜੀ, ਪਰਸਨ A ਐਂਡ ਪਰਸਨ B। ਠੀਕ ਹੈ, ਮੈਂ ਕੀ ਕੀਤਾ, ਇਹਨਾਂ ਪਰਸਨਸ ਦੇ ਡੀਐਨਏ ਫਿੰਗਰਪ੍ਰਿੰਟਸ ਬਣਾਉਣੇ ਨਾ ਅਸੀਂ ਸਾਰੇ ਕ੍ਰੋਮੋਜ਼ੋਮ ਦੇ ਬਣਾਉਂਦੇ ਹਾਂ। 23 ਪੇਅਰ ਆਫ ਕ੍ਰੋਮੋਜ਼ੋਮ ਹੁੰਦੇ ਨਾ। ਸੋ 23 ਪੇਅਰ ਆਫ ਕ੍ਰੋਮੋਜ਼ੋਮ ਦੇ ਉੱਤੇ ਜਿਹੜੇ ਰੈਪੀਟੇਟਿਵ ਸੀਕੁਐਂਸਿਸ ਹੁੰਦੇ ਅਸੀਂ ਸਾਰੇ ਫਾਈਂਡ ਆਊਟ ਕਰਦੇ ਹਾਂ। ਸੋ ਸਾਰਾ ਫਾਈਂਡ ਆਊਟ ਕਰਕੇ ਹੀ ਫਿਰ ਪਤਾ ਚੱਲਦਾ ਹੈ ਕਿ ਕਿਹੜਾ ਇੰਡੀਵਿਜੂਅਲ ਜਿਹੜਾ ਹੈ ਉਹ ਕਿਹਦੇ ਨਾਲ ਮੈਚ ਕਰ ਰਿਹਾ ਜਾਂ ਪੈਟਰਨਿਟੀ ਡਿਸਪਿਊਟ ਕਿਵੇਂ ਸੋਲਵ ਹੁੰਦੇ। ਐਗਜ਼ਾਮਪਲ ਵਿਲ ਗਿਵ ਯੂ ਮੋਰ ਕਲੈਰਿਟੀ, ਰਾਈਟ। ਸਪੋਜ਼ ਦਿਸ ਇਜ਼ ਮਾਈ ਕ੍ਰੋਮੋਜ਼ੋਮ ਨੰਬਰ 8 ਜਾਂ ਕਿਸੇ ਇੱਕ ਇੰਡੀਵਿਜੂਅਲ ਦਾ ਕ੍ਰੋਮੋਜ਼ੋਮ ਨੰਬਰ 8 ਹੈ। ਦਿਸ ਇਜ਼ 1 ਕ੍ਰੋਮੋਜ਼ੋਮ ਅਤੇ ਬੇਟਾ ਨਾਲ ਹੀ ਮੈਂ ਉਹਦਾ ਹੋਮੋਲੋਗ ਵੀ ਬਣਾਉਂਗੀ, ਪੇਅਰ 'ਚ ਹੁੰਦੇ ਨੇ ਨਾ। ਠੀਕ ਹੈ, ਅਤੇ ਇਹ ਪਰਸਨ B ਦਾ ਇੱਕ ਕ੍ਰੋਮੋਜ਼ੋਮ ਦਾ ਪੇਅਰ ਹੈ। ਸਪੋਜ਼ ਮੈਂ ਕ੍ਰੋਮੋਜ਼ੋਮ ਨੰਬਰ ਕਿਹੜਾ ਲੈ ਰਹੀ ਹਾਂ? 8। ਕ੍ਰੋਮੋਜ਼ੋਮ ਨੰਬਰ 8 ਦੋਨਾਂ ਦਾ। ਅਸੀਂ ਇੱਥੇ ਦੋ ਹੋਮੋਲੋਗ ਕਿਉਂ ਡਰਾ ਕਰਦੇ? ਇੱਕ ਫਾਦਰ ਤੋਂ ਆਉਂਦਾ, ਇੱਕ ਮਦਰ ਤੋਂ ਆਉਂਦਾ, ਅਸੀਂ ਪਹਿਲਾਂ ਪੜ੍ਹ ਚੁੱਕੇ ਹਾਂ। ਠੀਕ ਹੈ ਜੀ, ਔਰ ਇਹ ਜਿਹੜਾ ਕ੍ਰੋਮੋਜ਼ੋਮ ਨੰਬਰ 8 ਹੈ, ਇੱਥੇ ਇਹਦੇ ਉੱਤੇ ਜਿਹੜਾ ਉਹ ਰੈਪੀਟੇਟਿਵ ਸੀਕੁਐਂਸ ਹੈ, ਉਹ ਮੈਂ ਕਿਹਾ ਸੀ, ਮੈਂ ਤੁਹਾਨੂੰ ਦੱਸਿਆ ਸੀ ਕਿ ਹਰ ਇੰਡੀਵਿਜੂਅਲ ਦੇ ਵਿੱਚ ਉਹ ਰੈਪੀਟੇਟਿਵ ਸੀਕੁਐਂਸ ਜਿਹੜੇ ਨੇ ਉਹ ਉਹਨਾਂ ਦਾ ਨੰਬਰ ਵੀ ਅਲੱਗ-ਅਲੱਗ ਹੁੰਦਾ। ਠੀਕ ਹੈ ਜੀ, ਸਪੋਜ਼ ਜਿੰਨੇ ਮੈਂ ਬਾਕਸਿਸ ਬਣਾਉਂਗੀ, ਸਪੋਜ਼ ਇੱਥੇ ਮੈਂ 3 ਬਾਕਸਿਸ ਬਣਾ ਰਹੀ ਹਾਂ, ਤਾਂ 3 1 2 3 ਸਪੋਜ਼ 3 ਟਾਈਮਸ ਉਹ ਵਾਲਾ ਜਿਹੜਾ ਰੈਪੀਟੇਟਿਵ ਸੀਕੁਐਂਸ ਹੈ 3 ਟਾਈਮਸ ਰਿਪੀਟ ਹੋ ਰਿਹਾ ਮੇਰੇ ਕ੍ਰੋਮੋਜ਼ੋਮ ਨੰਬਰ 8 'ਚ, ਔਰ ਉਹਦੇ ਹੋਮੋਲੋਗ 'ਚ
ਸਪੋਜ਼ ਉਹੀ ਰੈਪੀਟੇਟਿਵ ਸੀਕੁਐਂਸ 4 ਟਾਈਮਸ ਰਿਪੀਟ ਹੋ ਰਿਹਾ। ਕਿੰਨੇ ਟਾਈਮਸ ਰਿਪੀਟ ਹੋ ਰਿਹਾ? ਸਪੋਜ਼ 4 ਟਾਈਮਸ। ਠੀਕ ਹੈ ਜੀ, ਓਕੇ ਹੈ। ਔਰ ਯਾਦ ਰੱਖਿਓ ਬੇਟਾ, ਨॉन ਕੋਡਿੰਗ ਸੀਕੁਐਂਸ ਹੈ। ਇਹਨੇ ਪ੍ਰੋਟੀਨ ਸਿੰਥੇਸਿਸ ਦੇ ਵਿੱਚ ਨਹੀਂ ਇਹਨੇ ਪ੍ਰੋਟੀਨ ਸਿੰਥੇਸਾਈਜ਼ ਕਰਨਾ, ਇਸ ਕਰਕੇ ਸਾਨੂੰ ਇਹਨਾਂ ਦਾ ਡਿਫਰੈਂਸ ਐਕਸਪ੍ਰੈਸ ਨਹੀਂ ਹੋ ਰਿਹਾ ਤਾਂ ਡਿਫਰੈਂਸ ਪਤਾ ਨਹੀਂ ਚੱਲਦੇ। ਐਕਸਪ੍ਰੈਸ਼ਨ ਦੇ ਬੇਸ 'ਤੇ ਕਹਿ ਰਹੀ ਹਾਂ, ਅਦਰਵਾਈਜ਼ ਅਸੀਂ ਇੱਦਾਂ ਪਤਾ ਲਗਾਉਂਦੇ ਹਾਂ। ਇਹ ਇੱਕ ਹੋਰ ਇੰਡੀਵਿਜੂਅਲ ਹੈ। ਸਪੋਜ਼ ਇਹਦੇ ਵਿੱਚ ਉਹੀ ਵਾਲਾ ਸੀਕੁਐਂਸ ਮੋਰ ਦੈਨ, ਸਪੋਜ਼ ਕਰ ਲਓ ਮੈਂ ਕਹਿੰਦੀ ਹਾਂ 1 2 3 4 5 6 7 8 9 10 1 2 3 4 5 6 7 8 9 10 ਟਾਈਮਸ ਰਿਪੀਟ ਹੋ ਰਿਹਾ ਸਪੋਜ਼। ਠੀਕ ਹੈ ਜੀ, 1 2 3 4 5 6 7 8 9 ਐਂਡ 10 ਟਾਈਮਸ ਰਿਪੀਟ ਹੋ ਰਿਹਾ। ਠੀਕ ਹੈ, ਇੱਥੇ 3 ਟਾਈਮਸ ਰਿਪੀਟ ਹੋ ਰਿਹਾ, ਇੱਥੇ 4 ਟਾਈਮਸ ਰਿਪੀਟ ਹੋ ਰਿਹਾ, ਇੱਥੇ 10 ਟਾਈਮ ਰਿਪੀਟ ਹੋ ਰਿਹਾ, ਸੇ ਇੱਥੇ 7 ਟਾਈਮ ਰਿਪੀਟ ਹੋ ਰਿਹਾ। ਠੀਕ ਹੈ, ਆਮ ਜਸਟ ਟੇਕਿੰਗ ਐਗਜ਼ਾਮਪਲ। 2 3 4 5 6 7 ਟਾਈਮਸ ਰਿਪੀਟ ਹੋ ਰਿਹਾ। ਇਹ ਮੇਰਾ ਕ੍ਰੋਮੋਸੋਮ ਨੰਬਰ 8 ਹੈ। ਠੀਕ ਹੈ, ਨੈਕਸਟ ਮੈਂ ਇੱਕ ਹੋਰ ਕ੍ਰੋਮੋਸੋਮ ਲੈ ਰਹੀ ਹਾਂ। ਠੀਕ ਹੈ ਜੀ, ਉਹਦਾ ਹੋਮੋਲੋਗ ਬਣਾਤਾ। ਸਿਮਿਲਰਲੀ ਹੇਅਰ ਪਰਸਨ ਬੀ ਦਾ। ਠੀਕ ਹੈ, ਸਪੋਜ਼ ਦਿਸ ਇਜ਼ ਕ੍ਰੋਮੋਸੋਮ ਨੰਬਰ 5। ਕ੍ਰੋਮੋਸੋਮ ਨੰਬਰ 5, ਇਹਦੇ ਵਿੱਚ ਜਿਹੜਾ ਰੈਪੀਟੇਟਿਵ ਸੀਕੁਐਂਸ ਹੈ ਸੇ 6 ਟਾਈਮ ਰਿਪੀਟ ਹੋ ਰਿਹਾ। 1 2 3 4 5 ਐਂਡ 6। ਇਹਦੇ ਵਿੱਚ ਸੇ 7 ਟਾਈਮਸ ਰਿਪੀਟ ਹੋ ਰਿਹਾ। ਦਿਸ ਵਿਲ ਵੇਰੀ 1 2 3 4 5 6 ਐਂਡ 7। ਇਹਦੇ ਵਿੱਚ 1 2 3 4 5 6 ਟਾਈਮ ਰਿਪੀਟ ਹੋ ਰਿਹਾ, ਇੱਥੇ 7 ਟਾਈਮ ਰਿਪੀਟ ਹੋ ਰਿਹਾ। ਦਿਸ ਇਜ਼ ਇੰਡੀਵਿਜੂਅਲ ਪਰਸਨ ਬੀ। ਠੀਕ ਹੈ, ਸਪੋਜ਼ ਇਹਦੇ ਵਿੱਚ ਉਹੀ ਰੈਪੀਟੇਟਿਵ ਸੀਕੁਐਂਸ 1 2 3 4 5 6 7 ਐਂਡ 8 ਟਾਈਮਸ ਰਿਪੀਟ ਹੋ ਰਿਹਾ, ਸੇ ਇਹਦੇ ਵਿੱਚ 7 ਟਾਈਮਸ ਹੋ ਰਿਹਾ। ਵੇਰੀ, ਇਟ ਵਿਲ ਵੇਰੀ 1 2 3 4 5 6 7। ਸਪੋਜ਼ ਜਿੰਨੇ ਬਾਕਸਿਸ ਮੈਂ ਬਣਾਤੇ 7 ਟਾਈਮਸ ਰਿਪੀਟ ਹੋ ਰਿਹਾ। ਠੀਕ ਹੈ, ਇੱਕ ਹੋਰ ਕ੍ਰੋਮੋਸੋਮ ਲੈ ਲੈਂਦੇ ਹਾਂ। ਠੀਕ ਹੈ, ਸਪੋਜ਼ ਦਿਸ ਇਜ਼ ਮਾਈ ਕ੍ਰੋਮੋਸੋਮ ਨੰਬਰ 15। ਠੀਕ ਹੈ ਜੀ, ਇਹਦੇ ਵਿੱਚ ਵੀ ਡਰਾ ਕਰ ਲਓ ਕ੍ਰੋਮੋਸੋਮ, ਉਹਦਾ ਹੋਮੋਲੌਗ ਪਰਸਨ ਏ ਦਾ, ਪਰਸਨ ਬੀ ਦਾ। ਇਹਦੇ ਵਿੱਚ ਸੇ 3 ਟਾਈਮਸ ਜਾਂ ਚਲੋ 4 ਟਾਈਮਸ ਲੈ ਲਓ, ਉਹੀ ਸੀਕੁਐਂਸ ਰਿਪੀਟ ਹੋ ਰਿਹਾ। ਇਹਦੇ ਵਿੱਚ ਤੁਸੀਂ ਸਪੋਜ਼ ਮੈਂ ਇੱਥੇ ਲੈ ਲਿਆ 5 ਟਾਈਮਸ ਰਿਪੀਟ ਹੋ ਰਿਹਾ। ਠੀਕ ਹੈ ਜੀ, ਇੱਧਰ ਲੈ ਲਓ, ਇੱਧਰ ਸੇ ਉਹੀ ਸੀਕੁਐਂਸ 2 ਟਾਈਮਸ ਰਿਪੀਟ ਹੋ ਰਿਹਾ, ਅਤੇ ਇੱਥੇ ਉਹੀ ਸੀਕੁਐਂਸ ਸਪੋਜ਼ 1 2 3 4 ਐਂਡ 5 ਟਾਈਮਸ ਰਿਪੀਟ ਹੋ ਰਿਹਾ। ਠੀਕ ਹੈ ਜੀ, ਸੋ ਇਹ ਮੈਂ ਇੱਕ ਐਗਜ਼ਾਮਪਲ ਲੈ ਲਈ ਕਿ ਇੱਕ ਮੇਰੇ ਜਿਹੜਾ ਸਪੋਜ਼ ਪਰਸਨ ਏ ਦੇ ਜਿਹੜੇ ਕ੍ਰੋਮੋਸੋਮਸ ਨੇ ਇੱਦਾਂ 23 ਦਾ ਬਣਦਾ, ਆਪਾਂ 3 ਓਨਲੀ ਬਣਾਇਆ, 3 ਪੇਅਰਸ ਦਾ ਬਣਾਇਆ। ਤਾਂ ਉਹਦੇ ਵਿੱਚ ਜਿਹੜੇ ਰੈਪੀਟੇਟਿਵ ਸੀਕੁਐਂਸ ਹੈ A T C G ਵਾਟਐਵਰ, ਉਹ ਕਿੰਨੀ ਵਾਰੀ ਰਿਪੀਟ ਹੋ ਰਿਹਾ ਸੀ ਉਹ ਲਿਖਿਆ। ਦਿਸ ਇਜ਼ ਦ ਨੰਬਰ ਆਫ ਟਾਈਮਸ ਦੈਟ ਸੀਕੁਐਂਸ ਇਜ਼ ਰਿਪੀਟਿੰਗ। ਸਮਝ ਲੱਗ ਗਈ? 3 ਟਾਈਮਸ 4 ਟਾਈਮਸ ਸੋ ਔਨ। ਓਕੇ ਡਨ। ਹੁਣ ਅਸੀਂ ਕੀ ਕੀਤਾ, ਇਸੀ ਜਿਹੜਾ ਜਿਹੜਾ DNA ਸੀ, ਜਿਹੜਾ ਆਪਾਂ ਜਿਹੜੇ ਕ੍ਰੋਮੋਸੋਮਸ ਨੇ, ਅਸੀਂ ਇਹਨਾਂ ਦੀ ਐਂਪਲੀਫਿਕੇਸ਼ਨ ਕਰਵਾਈ ਅਤੇ ਉਹਨਾਂ ਨੂੰ ਜੈਲ ਦੇ ਨਾਲ ਸੈਪਰੇਟ ਕੀਤਾ। ਠੀਕ ਹੈ, ਉਹ ਤਾਂ ਤੁਹਾਨੂੰ ਪਤਾ ਹੀ ਹੈ। ਅਸੀਂ ਕੀ ਕਰਾਉਂਦੇ ਹਾਂ, ਐਂਪਲੀਫਿਕੇਸ਼ਨ ਕਰਾਉਂਦੇ ਹਾਂ, ਦੈਨ ਉਹਦੀ ਜੈਲ ਦੇ ਨਾਲ ਸੈਪਰੇਸ਼ਨ ਕਰਵਾਉਂਦੇ ਹਾਂ। ਠੀਕ ਹੈ, ਓਕੇ। ਐਟ ਦ ਐਂਡ ਕੀ ਹੋਏਗਾ, ਜਦੋਂ ਅਸੀਂ ਐਂਪਲੀਫਿਕੇਸ਼ਨ ਇਹਦੀ ਕਾਪੀਜ਼ ਬਣਾ ਕੇ ਸੈਪਰੇਸ਼ਨ ਕਰਦੇ ਹਾਂ ਜੈਲਸ 'ਤੇ, ਦਿਸ ਇਜ਼ ਇੰਡੀਵਿਜੂਅਲ A ਐਂਡ ਦਿਸ ਇਜ਼ ਇੰਡੀਵਿਜੂਅਲ B। ਇੱਥੇ ਮੈਂ ਫॉर ਆਵਰ ਰੈਫਰੈਂਸ ਇੱਥੇ ਉਹੀ ਜਿਹੜੇ ਨੰਬਰ ਆਫ ਰਿਪੀਟਸ ਨੇ ਉਹ ਇੱਥੇ 11 10 9 8 7 6 5 4 3 2 ਐਂਡ 1। ਸੌਰੀ, ਸਪੇਸ ਥੋੜ੍ਹੀ ਘੱਟ ਗਈ। ਐਨੀ ਹਾਊ 12 11 10 9 8 7 6 5 4 3 2 1। ਸਪੋਜ਼ ਮਤਲਬ ਮੈਂ ਇਹਨੂੰ ਕੀ ਕੀਤਾ, 2 ਜੈਲਸ ਬਣਾ ਲਿਆ ਜਿਹਦੇ 'ਤੇ ਮੈਂ ਇਹਨਾਂ ਫਰੈਗਮੈਂਟਸ ਨੂੰ ਸੈਪਰੇਟ ਕੀਤਾ। ਆਪਾਂ ਕੀਤਾ ਨਾ ਸਾਰੀ ਟੈਕਨੀਕ ਕਿ DNA ਨੂੰ ਕੱਟ ਕਰੋ, ਦੈਨ ਉਹਦੀ ਕਾਪੀਜ਼ ਬਣਾਓ, ਫਿਰ ਉਹਨੂੰ ਜੈਲ 'ਤੇ ਸੈਪਰੇਟ ਕਰੋ। ਟੈਕਨੀਕ ਅਸੀਂ ਆਲਰੇਡੀ ਕਰ ਲਈ, ਦਿਸ ਇਜ਼ ਜਸਟ ਵਨ ਐਗਜ਼ਾਮਪਲ। ਹੁਣ ਜਦੋਂ ਸੈਪਰੇਸ਼ਨ ਹੋਈ, ਅਸੀਂ ਕੀ ਦੇਖਿਆ ਕਿ ਸਪੋਜ਼ ਜਿੱਦਾਂ ਹੁਣ ਇਹ ਕ੍ਰੋਮੋਸੋਮ ਨੰਬਰ 1 'ਚ ਕਿੰਨੇ ਰਿਪੀਟ ਸੀ, 3। ਠੀਕ ਹੈ, ਆਮ ਸੌਰੀ ਇੱਥੇ ਥੋੜ੍ਹੀ ਜਿਹੀ ਸਪੇਸ ਕੱਟ ਗਈ, ਇਟਸ ਓਕੇ, ਮੈਂ ਦੁਬਾਰਾ ਕਰ ਦਿੰਦੀ। ਸਪੋਜ਼ ਇੱਥੇ ਜਸਟ ਵੇਟ, ਸਪੋਜ਼ ਹੇਅਰ ਫਸਟ ਜਿਹੜਾ ਕ੍ਰੋਮੋਸੋਮ ਨੰਬਰ 8 ਸੀ, ਜਦੋਂ ਉਹਦੇ ਆਪਾਂ ਫਰੈਗਮੈਂਟਸ ਨੂੰ ਸੈਪਰੇਟ ਕੀਤਾ, ਦੇਖੋ ਸਪੋਜ਼ ਇਹ 3 ਨੰਬਰ 'ਤੇ
ਇਹ ਉਹ ਵਾਲਾ ਸੀਕੁਐਂਸ ਆ ਗਿਆ ਜਿਸ 'ਚ 3 ਬੇਸ ਰਿਪੀਟ ਸੀਗੀਆਂ, ਸਿਰਫ 3, ਠੀਕ ਹੈ। ਦੂਸਰੇ ਵਿੱਚ ਕਿੰਨੀਆਂ ਨੇ, ਸੈਕਿੰਡ ਵਾਲਾ ਜਿਹੜਾ ਇਹਦਾ ਹੋਮੋਲੋਗ 'ਚ ਕਿੰਨੀਆਂ ਨੇ, 4, ਇੱਕ 4 'ਤੇ ਬਣਾ ਦਿੰਦੇ ਆਪਾਂ, 3 4, ਠੀਕ ਹੋ ਗਿਆ ਜੀ। ਅੱਗੇ 6 'ਤੇ ਹੈ ਇੱਕ, ਅੱਗੇ 7 'ਤੇ ਹੈ ਇੱਕ, ਥੋੜ੍ਹਾ ਜਿਹਾ ਵੱਡਾ ਬਣਾ ਦਿੰਦੇ ਹਾਂ ਤੇ ਤੋਂ, ਫਿਰ ਇੱਕ 3 ਹੈ, ਇੱਕ 4 ਹੈ, ਅਗੇਨ ਇੱਕ 3 'ਤੇ ਬਣ ਜਾਏਗਾ, ਇੱਕ 3 ਬਣ ਗਿਆ, 4 ਇੱਕ 6 7, ਅਗੇਨ ਇੱਕ 4 ਹੈ, ਮੈਂ ਉਹਦੇ ਉੱਪਰ ਓਵਰਲੈਪ ਨਹੀਂ ਕਰਾਂਗੀ, ਇੱਥੇ 5 ਹੈ ਸਪੋਜ਼, ਠੀਕ ਹੈ ਜੀ। ਇੱਦਾਂ ਜਿਹੜੀਆਂ ਫਰੈਗਮੈਂਟਸ ਨੇ ਉਹ ਸੈਪਰੇਟ ਹੋ ਜਾਣਗੀਆਂ। ਸਿਮਿਲਰਲੀ ਹੇਅਰ, ਠੀਕ ਹੈ, ਸਿਮਿਲਰਲੀ ਹੇਅਰ ਇੱਕ 10 ਵਾਲਾ ਹੈ ਜਿਹਦੇ 'ਚ 10 ਰੈਪੀਟੇਟਿਵ ਸੀਕੁਐਂਸ ਸੀ, 1 is 7, ਆਮ ਸੌਰੀ ਇਹਨੂੰ ਥੋੜ੍ਹਾ ਜਿਹਾ ਛੋਟਾ ਬਣਾਉਣਾ ਹੈ, ਸ਼ਾਰਟ ਬਣਾਉਣਾ ਹੈ, ਦੈਨ 8, ਠੀਕ ਹੈ ਜੀ, ਦੈਨ ਵੀ ਹੈਵ 5, ਦੈਨ 2 ਵਾਲਾ ਵੀ ਹੈ ਸਾਡੇ ਕੋਲ, ਠੀਕ ਹੈ, 1 2 3 4 5, ਇੱਕ ਰਹਿ ਗਿਆ 7। ਸੋ ਸਿਮਿਲਰਲੀ ਐਗਜ਼ਾਮਪਲ ਹੈ ਜਸਟ ਬੇਟਾ। ਸੋ ਅਸੀਂ ਇਹਦੀਆਂ ਕੀ ਬਣਾ ਲਈਆਂ, ਜਿਹੜੇ ਉਹ ਨੰਬਰ ਆਫ ਸ਼ਾਰਟ ਰਿਪੀਟ ਸੀਗੇ, ਦੀਜ਼ ਆਰ ਦਾ ਨੰਬਰ ਆਫ ਸ਼ਾਰਟ ਰਿਪੀਟਸ, ਜਿਹੜੇ ਉਹ ਸ਼ਾਰਟ ਰੈਪੀਟੇਟਿਵ ਸੀਕੁਐਂਸ ਸੀਗੇ, ਉਹ ਕਿੰਨੇ ਕਿੰਨੇ ਉਹਦੀਆਂ ਜਿਹੜੇ ਕਿੰਨੀ ਟਾਈਮਸ ਉਹ ਰਿਪੀਟ ਹੋ ਰਿਹਾ, ਉਸ ਹਿਸਾਬ ਨਾਲ ਅਸੀਂ ਡਰਾ ਕਰ ਲਿਆ, ਠੀਕ ਹੋ ਗਿਆ। ਹੁਣ ਹੋਇਆ ਕਿ ਸਪੋਜ਼ ਇੱਕ ਕ੍ਰਾਈਮ ਸੀਨ 'ਤੇ ਸਾਨੂੰ ਕੋਈ ਬਲੱਡ ਦਾ ਸੈਂਪਲ ਮਿਲਿਆ, ਉਹਦਾ ਅਸੀਂ DNA ਐਕਸਟਰੈਕਟ ਕੀਤਾ, ਜਿਹਨੇ ਕ੍ਰਾਈਮ ਕੀਤਾ ਸੀ ਉਹਦਾ DNA ਐਕਸਟਰੈਕਟ ਕੀਤਾ, ਅਗੇਨ ਉਹਦੇ DNA ਦੇ ਉਹੀ ਸਾਰਾ ਪ੍ਰੋਸੀਜਰ ਅਸੀਂ ਫੋਲੋ ਕੀਤਾ, ਉਹਦੀ ਫਰੈਗਮੈਂਟਸ ਕੱਟ ਕੀਤੀਆਂ, ਦੈਨ ਉਹਨੂੰ ਐਂਪਲੀਫਾਈ ਕੀਤਾ, ਦੈਨ ਜੈਲ ਇਲੈਕਟ੍ਰੋਫੋਰੈਸਿਸ ਉਹਦਾ ਥਰਡ ਪਰਸਨ ਦਾ ਡਰਾ ਕੀਤਾ ਜਿਹੜਾ ਕ੍ਰਾਈਮ ਸੀਨ 'ਤੇ। ਸੋ ਮੈਂ C ਲੈ ਰਹੀ ਹਾਂ ਇਹਨੂੰ, ਜਿਹੜਾ ਕ੍ਰਾਈਮ ਸੀਨ 'ਤੇ ਮਿਲਿਆ ਸੀ। ਜਦੋਂ ਉਹਦੀਆਂ 5th 8th ਅਤੇ 15 ਨੰਬਰ ਵਾਲੇ ਕ੍ਰੋਮੋਜ਼ੋਮ ਦੇ ਰੈਪੀਟੇਟਿਵ ਸੀਕੁਐਂਸ ਦਾ ਮੈਂ ਬੈਂਡ ਬਣਾਇਆ, ਸਪੋਜ਼ ਉਹ ਸੈਕਿੰਡ ਵਾਲੇ ਨਾਲ ਮੈਚ ਕਰਦਾ ਸੀ, ਇੱਕ 2 'ਤੇ ਆ ਗਿਆ, ਇੱਕ 5 'ਤੇ ਆ ਗਿਆ, ਠੀਕ ਹੈ ਜੀ, ਇੱਕ 7 'ਤੇ ਆ ਗਿਆ, ਇੱਕ 8 'ਤੇ ਆ ਗਿਆ, ਠੀਕ ਹੈ, ਇੱਕ 10 'ਤੇ ਆ ਗਿਆ ਸੇ, ਹੈ ਨਾ। ਸੋ ਇਹ ਜਿਹੜੇ ਅਸੀਂ ਬਣਾਏ ਸੀ 5th 8th ਅਤੇ 15th ਨੰਬਰ ਕ੍ਰੋਮੋਜ਼ੋਮ ਦੇ ਰੈਪੀਟੇਟਿਵ ਸੀਕੁਐਂਸ ਦੀ ਜਿਹੜੀ ਜੈਲ ਇਲੈਕਟ੍ਰੋਫੋਰੈਸਿਸ ਕੀਤੀ ਸੀ, ਉਹ C ਦੀ ਕਿਹਦੇ ਨਾਲ ਮੈਚ ਕੀਤੀ, B। ਤਾਂ ਸ਼ੱਕ ਹੁੰਦਾ, ਕੁਝ ਸਸਪੈਕਟਸ ਹੁੰਦੇ ਨੇ ਕਿ ਇਹਨਾਂ 10 ਚੋਂ ਕਿਸੇ ਨੇ ਕੀਤਾ। ਤਾਂ ਜਦੋਂ ਅਸੀਂ ਉਹਨਾਂ ਦਾ DNA ਮੈਚ ਕੀਤਾ, ਸਪੋਜ਼ C ਦਾ ਕਿਹਦੇ ਨਾਲ ਮੈਚ ਕਰ ਗਿਆ, B ਨਾਲ। ਸੋ ਇਹੀ ਉਹ ਰੈਪੀਟੇਟਿਵ ਸੀਕੁਐਂਸ ਨੇ ਬੇਟਾ, ਜਿਹੜੇ ਜਿੰਨੀ ਨੰਬਰ ਆਫ ਟਾਈਮਸ ਰਿਪੀਟ ਕਰਦੇ ਆ, ਅਸੀਂ ਉਹਨੂੰ ਸੈਪਰੇਟ ਕਰਕੇ ਚੈੱਕ ਕਰ ਲੈਂਦੇ ਹਾਂ ਕਿ ਉਹ ਕਿਹਦੇ ਨਾਲ ਮੈਚ ਕਰਦੇ ਆ। ਸਪੋਜ਼ ਹੈ ਕੋਈ ਆਫਸਪ੍ਰਿੰਗ, ਕੋਈ ਬੱਚਾ ਹੈ, ਚਾਈਲਡ ਹੈ, ਉਹਦੇ ਮਦਰ ਫਾਦਰ ਨਹੀਂ ਪਤਾ ਕੌਣ ਹੈ, ਫਾਦਰ ਨਹੀਂ ਪਤਾ ਕੌਣ ਹੈ, ਸੋ ਉਹਦਾ ਅਸੀਂ ਇਹ ਬਣਾ ਲਾਂਗੇ DNA ਫਿੰਗਰਪ੍ਰਿੰਟ, ਅਤੇ ਜਿੱਤੇ ਆਪਾਂ ਨੂੰ ਹੈ ਕਿ ਇਹਨਾਂ 'ਚੋਂ ਕੋਈ ਹੋ ਸਕਦਾ ਉਹਦਾ ਬਣਾ ਲਾਂਗੇ, ਤਾਂ ਜਿਹਦੇ ਨਾਲ ਮੈਚ ਕਰ ਜਾਏਗਾ ਉਹਦੇ ਨਾਲ ਪੈਟਰਨਿਟੀ ਡਿਸਪਿਊਟ ਜਿਹੜੇ ਆ ਸੋਲਵ ਹੋ ਜਾਣਗੇ, ਠੀਕ ਹੈ ਜੀ। ਸੋ ਦੈਨ ਲਾਸਟ ਸਾਡੇ ਕੋਲ ਆ ਗਿਆ ਐਪਲੀਕੇਸ਼ਨਸ ਦੇ ਵਿੱਚ ਸਾਡੇ ਕੋਲ ਕੀ ਹੈ, ਉਹੀ ਕ੍ਰਿਮੀਨਲ ਕੇਸਿਸ ਸੋਲਵ ਕਰਨੇ, ਪੈਟਰਨਿਟੀ ਡਿਸਪਿਊਟ ਸੋਲਵ ਕਰਨੇ, ਰੇਸ਼ੀਅਲ ਗਰੁੱਪਸ ਆਈਡੈਂਟੀਫਾਈ ਕਰਨੇ ਕਿ ਬਾਇਓਲੋਜੀਕਲ ਐਵੋਲੂਸ਼ਨ ਕਿਹਦੇ ਤੋਂ ਹੋਈ ਹੈ, ਜਾਂ ਇੱਕ ਇੰਡੀਵਿਜੂਅਲ ਦੇ ਜਿਹੜੇ ਪੂਰਵਜ ਨੇ ਉਹ ਕੌਣ ਨੇ, ਆਈਡੈਂਟੀਫਾਈ ਕਰਨਾ ਜੀਨਸ ਕਨੈਕਟਡ ਵਿਦ ਹੈਰੀਡਿਟੀ ਡਿਜ਼ੀਜ਼। ਇੰਪੋਰਟੈਂਟ ਅੱਜ ਦੇ ਟਾਈਮ 'ਤੇ ਇਹ ਚੀਜ਼ ਹੋ ਰਹੀ ਹੈ ਕਿ ਅਸੀਂ ਫਾਈਂਡ ਆਊਟ ਕਰਦੇ ਹਾਂ ਕਿ ਕਿਹੜੇ ਐਸੇ ਜੀਨਸ ਨੇ ਜਿਹੜੇ ਹੈਰੀਡਿਟੀ ਡਿਜ਼ੀਜ਼ਸ ਕਰਦੇ ਨੇ, ਉਸ ਬੇਸਿਸ 'ਤੇ ਪਤਾ ਲੱਗ ਜਾਂਦਾ ਹੈ। ਅਤੇ ਇੱਕ ਇੰਡੀਵਿਜੂਅਲ ਨੂੰ ਦੂਜੇ ਇੰਡੀਵਿਜੂਅਲ ਤੋਂ ਡਿਸਟਿੰਗੁਇਸ਼ ਕਰਨਾ, ਇਹ ਤਾਂ ਹੈ ਹੀ ਹੈ, ਜਿਹੜਾ ਕਾਮਨ ਸੈਂਸ ਦੀ ਗੱਲ ਹੈ ਕਿ ਇੱਕ ਇੰਡੀਵਿਜੂਅਲ ਤੋਂ ਦੂਜੇ ਇੰਡੀਵਿਜੂਅਲ ਨੂੰ ਡਿਫਰੈਂਸ਼ੀਏਟ ਕਰਨਾ ਬਾਈ ਯੂਜ਼ਿੰਗ ਦਿਸ ਟੈਕਨੀਕ ਇਜ਼ ਦ ਐਪਲੀਕੇਸ਼ਨ ਆਫ DNA ਫਿੰਗਰ ਪ੍ਰਿੰਟਿੰਗ। ਸੋ ਰਾਈਟ, ਸੋ ਸਿੰਪਲ ਜੀ ਇੱਕ ਚੀਜ਼ ਮੈਨੂੰ ਸਮਝ ਲੱਗੀ ਕਿ ਜਿਹੜੇ ਰੈਪੀਟੇਟਿਵ ਸੀਕੁਐਂਸਿਸ ਨੇ, ਜਿਨ੍ਹਾਂ ਦਾ ਨੰਬਰ ਅਲੱਗ-ਅਲੱਗ ਇੰਡੀਵਿਜੂਅਲ 'ਚ ਅਲੱਗ-ਅਲੱਗ ਹੈ, ਜਾਂ ਉਹਨਾਂ 'ਚ ਮਿਊਟੇਸ਼ਨ ਆਉਣ ਕਰਕੇ ਜਿਹੜਾ 1 ਜਾਂ 2 ਜਾਂ ਮੋਰ ਦੈਨ 1 ਔਰ 2 ਜਿਹੜਾ ਉਹਨਾਂ 'ਚ ਚੇਂਜਿਸ ਆ ਜਾਂਦੀਆਂ ਨੇ, ਪੋਲੀਮੋਰਫਿਜ਼ਮ ਜਿਹਨੂੰ ਕਹਿੰਦੇ ਆ, ਉਹਨਾਂ 'ਚ ਜਿਹੜਾ ਉਹ ਡਿਫਰੈਂਸ ਹੁੰਦਾ ਇਨ ਰੈਪੀਟੇਟਿਵ ਸੀਕੁਐਂਸ, ਉਹ ਅਸੀਂ ਫਾਈਂਡ ਆਊਟ ਕਰਦੇ ਹਾਂ ਬਾਈ ਯੂਜ਼ਿੰਗ DNA ਫਿੰਗਰ ਪ੍ਰਿੰਟਿੰਗ। ਸੋ ਦਿਸ ਇਜ਼ ਆਲ ਅਬਾਊਟ DNA ਫਿੰਗਰ ਪ੍ਰਿੰਟਿੰਗ।